13ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਸੁਰ ਦਾ ਮਤਲਬ ਦੇਵਤੇ, ਨਰ ਦਾ ਮਤਲਬ ਆਮ ਮਨੁੱਖ, ਮੁੰਜਨ ਦਾ ਮਤਲਬ ਮੁਨੀ, ਜਿਹੜੇ ਮੌਨ ਧਾਰਨ ਕਰਨ ਵਾਲੇ, ਸਮਾਧੀਆਂ ਲਗਾਉਣ ਵਾਲੇ, ਸਾਰੇ ਹੀ ਅੰਮ੍ਰਿਤ ਖੋਜ ਰਹੇ ਨੇ, ਪਰ ਉਹ ਅੰਮ੍ਰਿਤ ਮਿਲਿਆ ਨਹੀਂ। ਉਹ ਅੰਮ੍ਰਿਤ ਗੁਰੂ ਤੋਂ ਮਿਲਿਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਅੰਮ੍ਰਿਤ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਵਾਲੇ ਨੇ ਪਾ ਲਿਆ। ਹੁਣ ਖੋਜ ਰਹੇ ਨੇ ਲੇਕਿਨ ਉਹ ਮਿਲਿਆ ਨਹੀਂ। ਰੀਜ਼ਨ ਕੀ ਹੈ? ਦੇਖੋ, ਜਦੋਂ ਅਸੀਂ ਧਾਰਮਿਕ ਇਤਿਹਾਸ ਪੜ੍ਹਦੇ ਹਾਂ ਨਾ, ਤਾਂ ਧਾਰਮਿਕ ਦੁਨੀਆ ਦੇ ਅੰਦਰ ਬਹੁਤ ਸਾਰੀਆਂ ਜਿਹੜੀਆਂ ਮਿਥਾਂ ਨੇ, ਮੈਥੋਲੋਜੀ ਹੈ, ਉਹ ਆਪ ਨੂੰ ਲਿਖੀ ਹੋਈ ਮਿਲੇਗੀ। ਲੇਕਿਨ ਉਸ ਮੈਥੋਲੋਜੀ ਦੇ ਪਿੱਛੇ ਜੇ ਅਸੀਂ ਵੇਖਾਂਗੇ ਕਿ ਭਾਵਨਾ ਕੀ ਹੈ, ਤੇ ਭਾਵਨਾ ਮਨੁੱਖ ਦੀ ਇਹ ਜਾਪਦੀ ਹੈ ਕਿ ਮੈਨੂੰ ਕੋਈ ਐਸਾ ਭੌਤਿਕ ਪਦਾਰਥ ਮਿਲ ਜਾਏ ਜਿਸ ਦੀ ਮੈਂ ਵਰਤੋਂ ਕਰਾਂ ਤੇ ਸਰੀਰ ਕਰਕੇ ਮੇਰੀ ਕਦੇ ਮੌਤ ਨਾ ਹੋਵੇ। ਅੰਮ੍ਰਿਤ ਮੈਨੂੰ ਮਿਲ ਜਾਏ ਜਿਹਦੇ ਨਾਲ ਮੇਰੀ ਮੌਤ ਨਾ ਹੋਵੇ। ਦੇਖੋ, ਮ੍ਰਿਤ ਦਾ ਮਤਲਬ ਹੁੰਦਾ ਹੈ ਮੌਤ, ਤੇ ਅੰਮ੍ਰਿਤ ਦਾ ਮਤਲਬ ਜਿੱਥੇ ਮੌਤ ਨਹੀਂ ਹੈ, ਉਹ ਚੀਜ਼ ਜਿਸ ਦੀ ਵਰਤੋਂ ਕਰਨ ਦੇ ਨਾਲ ਕਦੇ ਮੌਤ ਨਾ ਆਵੇ, ਉਹਨੂੰ ਕਹਿੰਦੇ ਨੇ ਅੰਮ੍ਰਿਤ। ਮਨੁੱਖ ਸਰੀਰਕ ਮੌਤ ਤੋਂ ਡਰਿਆ ਹੋਇਆ ਹੈ। ਇਹਨੇ ਯਤਨ ਕੀਤਾ ਹੈ ਕਿ ਮੈਨੂੰ ਐਸੀ ਕੋਈ ਚੀਜ਼ ਮਿਲੇ ਜਿਸ ਦੇ ਨਾਲ ਮੈਂ ਸਦਾ ਵਾਸਤੇ ਅਮਰ ਹੋ ਜਾਵਾਂ। ਇਹਦੇ ਵਾਸਤੇ ਕੁਝ ਮਿਥਿਹਾਸਕ ਵਾਰਤਾਵਾਂ ਨੇ, ਜਿਵੇਂ ਸ਼ਿਵ ਔਰ ਪਾਰਵਤੀ ਦੀ ਹੈ ਕਿ ਉਸਨੇ ਅਮਰ ਕਥਾ ਸੁਣਨੀ ਸ਼ੁਰੂ ਕੀਤੀ, ਤੇ ਅਮਰ ਕਥਾ ਸੁਣਦਿਆਂ ਸੁਣਦਿਆਂ ਪਾਰਵਤੀ ਸੌਂ ਗਈ, ਤੇ ਉਹ ਤੋਤੇ ਨੇ ਸੁਣ ਲਈ ਤੇ ਉਹ ਅਮਰ ਹੋ ਗਿਆ। ਸੁਖਦੇਵ ਮੁਨੀ ਵਾਲੀ ਗੱਲ ਇਹ ਸੁਣੀ ਹੈ ਨਾ? ਇਹ ਹੈ ਮਿਥਿਹਾਸ। ਲੇਕਿਨ ਇਹਦੇ ਪਿੱਛੇ ਇੱਕ ਭਾਵਨਾ ਹੈ ਕਿ ਕੋਈ ਇਹੋ ਜਿਹੀ ਅਮਰ ਕਥਾ ਬੰਦਾ ਲੱਭਣੀ ਚਾਹੁੰਦਾ ਹੈ ਜਿਸ ਦੇ ਨਾਲ ਬੰਦੇ ਨੂੰ ਕਦੇ ਮੌਤ ਨਾ ਆਵੇ। ਦੇਵਤਿਆਂ ਔਰ ਦੈਂਤਾਂ ਨੇ ਮਿਲ ਕੇ ਸਮੁੰਦਰ ਰਿੜਕਿਆ, ਉਹਦੇ ਵਿੱਚੋਂ ਅੰਮ੍ਰਿਤ ਕੱਢਿਆ। ਦੇਖੋ, ਇਹ ਮਿਥਿਹਾਸ ਹੈ, ਮੈਂ ਇਹਨੂੰ ਸੱਚਾਈ ਨਹੀਂ ਕਹਿ ਰਿਹਾ, ਮਿਥਿਹਾਸ ਹੈ। ਔਰ ਉਹ ਅੰਮ੍ਰਿਤ ਜਦੋਂ ਖੋਜਿਆ ਤੇ ਉਸ ਅੰਮ੍ਰਿਤ ਰਾਹੀਂ ਅਮਰ ਹੋਣ ਦਾ ਯਤਨ ਕੀਤਾ, ਤੇ ਦੇਵਤਿਆਂ ਔਰ ਦੈਂਤਾਂ ਦੇ ਵਿੱਚ ਲੜਾਈ ਵੀ ਹੋਈ। ਯਾਨੀ ਇਹਦੇ ਪਿੱਛੇ ਵੀ ਇੱਕ ਭਾਵਨਾ ਇਹ ਹੈ ਕਿ ਅਸੀਂ ਅਮਰ ਹੋ ਜਾਈਏ। ਜਦੋਂ ਅਸੀਂ ਸਿਕੰਦਰ ਦੇ ਨਾਲ ਜੁੜੀ ਹੋਈ ਇੱਕ ਕਹਾਣੀ ਪੜ੍ਹਦੇ ਹਾਂ ਕਿ ਉਹ ਆਬੇ ਹਯਾਤ ਲੱਭ ਰਿਹਾ ਸੀ। ਆਬੇ ਹਯਾਤ ਦਾ ਮਤਲਬ ਜੀਵਨ ਦੇਣ ਵਾਲਾ ਕੋਈ ਪਾਣੀ, ਕਿ ਐਸਾ ਆਬੇ ਹਯਾਤ ਦਾ ਚਸ਼ਮਾ ਹੈ ਜੇ ਉਹਨੂੰ ਪੀ ਲਵੇ ਬੰਦਾ ਤੇ ਕਦੇ ਮਰਦਾ ਹੀ ਨਹੀਂ। ਤੇ ਕਹਾਣੀਕਾਰ ਲਿਖਦਾ ਹੈ ਕਿ ਉਹਨੇ ਉਹ ਲੱਭ ਲਿਆ, ਤੇ ਜਦੋਂ ਪੀਣ ਲੱਗਾ ਤੇ ਉੱਥੇ ਕੋਈ ਕਾਂ ਬੈਠਾ ਸੀ। ਉਹਨੇ ਆਖਿਆ, ਕੋਈ ਜਾਨਵਰ, ਤੇ ਪੀਣ ਤੋਂ ਪਹਿਲਾਂ ਮੇਰੀ ਗੱਲ ਸੁਣ ਲੈ, ਮੈਂ ਵੀ ਤੇਰੀ ਤਰ੍ਹਾਂ ਅਮਰ ਹੋਣ ਵਾਸਤੇ ਆਇਆ ਸਾਂ, ਤੇ ਅੰਮ੍ਰਿਤ ਪੀ ਕੇ ਮੈਂ ਅਮਰ ਤੇ ਹੋ ਗਿਆ, ਮੈਨੂੰ ਮੌਤ ਨਹੀਂ ਆ ਰਹੀ, ਪਰ ਆ ਦੇਖ ਮੇਰਾ ਸਰੀਰ ਜ਼ਖਮੀ ਹੋਇਆ ਪਿਆ, ਮੈਂ ਮਰਨਾ ਚਾਹੁੰਦਾ ਪਰ ਮਰ ਨਹੀਂ ਸਕਦਾ, ਤੇਰਾ ਵੀ ਇਹ ਹਾਲ ਹੋਏਗਾ। ਤੇ ਕਹਿੰਦੇ ਨੇ ਸਿਕੰਦਰ ਨੇ ਛੱਡ ਦਿੱਤਾ। ਯਾਨੀ ਇਹ ਜਿਹੜੀ ਕਹਾਣੀ ਹੈ, ਕਹਾਣੀ ਕਹਿ ਰਿਹਾ ਮੈਂ ਸਿਰਫ, ਇਹਦੇ ਪਿੱਛੇ ਵੀ ਭਾਵਨਾ ਇਹ ਹੈ ਕਿ ਬੰਦਾ ਸਦਾ ਵਾਸਤੇ ਅਮਰ ਹੋਵੇ। ਹੁਣ ਇਹ ਚੀਜ਼ਾਂ ਥੋੜੀਆਂ ਜਿਹੀਆਂ ਵਿਚਾਰਨ ਵਾਲੀਆਂ ਨੇ। ਜੇ ਇਹਨਾਂ ਚੀਜ਼ਾਂ ਨੂੰ ਮੰਨ ਲਿਆ ਜਾਏ ਸਪੋਜ਼ 2 ਮਿੰਟ ਵਾਸਤੇ, ਤਾਂ ਫਿਰ ਜੋ ਸਮੁੰਦਰ ਦੇ ਵਿੱਚੋਂ ਨਿਕਲਿਆ ਹੋਇਆ ਅੰਮ੍ਰਿਤ ਹੈ ਉਹ ਸਿਰਫ ਇੱਕ ਘੜਾ ਹੈ, ਸਾਰੀ ਦੁਨੀਆ ਵਿੱਚ ਨਹੀਂ ਵੰਡਿਆ ਜਾ ਸਕਦਾ। ਤੇ ਉਹ ਫਿਰ ਲੜਾਈ ਦਾ ਕਾਰਨ ਵੀ ਬਣਿਆ ਹੈ। ਇੱਕ ਤੇ ਥੋੜਾ ਹੈ, ਦੂਜਾ ਲੜਾਈ ਦਾ ਕਾਰਨ ਵੀ। ਜੇਕਰ ਆਬੇ ਹਯਾਤ ਨੂੰ ਮੰਨ ਲਿਆ ਜਾਏ ਤੇ ਇਹ ਵੀ ਮੰਨ ਲਿਆ ਜਾਏ ਕਿ ਉਹਨੂੰ ਪੀਣ ਦੇ ਨਾਲ ਸदैਵੀ ਜ਼ਿੰਦਗੀ ਮਿਲ ਜਾਂਦੀ ਹੈ, ਲੇਕਿਨ ਉਹ ਰੋਗਾਂ ਸੋਗਾਂ ਤੋਂ ਨਹੀਂ ਬਚਾ ਸਕਦਾ। ਪ੍ਰੋਬਲਮ ਤਾਂ ਫਿਰ ਰਹਿ ਗਈ ਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਐਸਾ ਕੋਈ ਭੌਤਿਕ ਪਦਾਰਥ ਨਹੀਂ ਹੈ ਜਿਹਦੀ ਵਰਤੋਂ ਕਰਨ ਦੇ ਨਾਲ ਸਰੀਰ ਕਰਕੇ ਬੰਦਾ ਸदैਵੀ ਅਮਰ ਹੋ ਸਕੇ। ਸਰੀਰ ਕਰਕੇ ਬੰਦਾ ਸदैਵੀ ਅਮਰ ਕਦੇ ਵੀ ਨਹੀਂ ਹੋਏਗਾ। ਇਹਦੀ ਮੌਤ ਆਏਗੀ ਹੀ ਆਏਗੀ। ਬੇਸ਼ੱਕ ਆਉਣ ਵਾਲੇ ਸਮੇਂ ਦੇ ਅੰਦਰ ਐਸੀਆਂ ਦਵਾਈਆਂ ਆਉਣਗੀਆਂ ਕਿ ਬੰਦਾ 150 200 ਸਾਲ ਹੋ ਸਕਦਾ ਜੀ ਸਕੇ, ਪਰ ਜੇ 500 ਸਾਲ ਵੀ ਜੀ ਲਵੇ ਮਰਨਾ ਤੇ ਫਿਰ ਵੀ ਪਵੇਗਾ। ਬਾਬਾ ਫਰੀਦ ਜੀ ਨੇ ਸਾਨੂੰ ਇਹ ਸੱਚਾਈ ਸਮਝਾਈ ਹੈ ਨਾ, ਜੇ 100 ਵਰਿਆਂ ਜੀਵਣਾ ਭੀ ਤਨ ਹੋ ਸਿੱਖੇ,
ਜੇ ਸੈਂਕੜੇ ਸਾਲ ਲੰਬੀ ਜ਼ਿੰਦਗੀ ਵੀ ਮਿਲ ਜਾਏ, ਮਰਨਾ ਤੇ ਫਿਰ ਪੈਣਾ, ਸਰੀਰ ਕਰਕੇ ਤੇ ਫਿਰ ਮਰਨਾ ਪੈਣਾ। ਜੋ ਉਪਜਿਓ ਸੋ ਬਿਨਸ ਹੈ। ਇਹ ਸਰੀਰਕ ਮੌਤ ਤਾਂ ਆਏਗੀ ਹੀ ਆਏਗੀ, ਔਰ ਆਉਣੀ ਵੀ ਚਾਹੀਦੀ ਹੈ, ਕਿਉਂਕਿ ਇਸ ਤਰ੍ਹਾਂ ਸੰਸਾਰ ਚੱਲ ਨਹੀਂ ਸਕਦਾ। ਤਾਂ ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਅੰਮ੍ਰਿਤ ਦੇਵਤੇ ਮੁਨਜਨ ਖੋਜਤੇ ਸਨ, ਸੋ ਅੰਮ੍ਰਿਤ ਗੁਰ ਤੇ ਪਾਇਆ, ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਗੁਰੂ ਪਾਸੋਂ ਮਿਲਿਆ ਹੈ, ਜਿਹੜਾ ਸਾਨੂੰ ਸदैवी ਜੀਵਨ ਬਖਸ਼ਦਾ ਹੈ। ਤੇ ਬਾਣੀ ਦੇ ਅੰਦਰ ਮੌਤ ਔਰ ਜੀਵਨ ਕਿਹਨੂੰ ਕਿਹਾ ਗਿਆ ਹੈ, ਇਹ ਚੀਜ਼ ਸਮਝਣ ਵਾਲੀ ਹੈ। ਅਸਲੀ ਜੀਵਨ ਸਰੀਰਕ ਜੀਵਨ ਨਹੀਂ ਹੈ। ਬੰਦਾ ਉਦੋਂ ਮਰ ਜਾਂਦਾ ਹੈ ਜਦੋਂ ਸੱਚ ਦੇ ਨਾਲੋਂ ਟੁੱਟ ਜਾਂਦਾ ਹੈ। ਇਹ ਵਿਚਾਰ ਅਸੀਂ ਪਿੱਛੇ ਕਲਾਸ ਵਿੱਚ ਸਾਰੀ ਵਿੱਚ ਕਰਦੇ ਰਹੇ ਹਾਂ ਬਾਰ-ਬਾਰ। ਜਦੋਂ ਬੰਦੇ ਦੀ ਸੁਰਤ ਸੱਚ ਨਾਲੋਂ ਟੁੱਟ ਜਾਂਦੀ ਹੈ, ਉਦੋਂ ਬੰਦਾ ਅੰਦਰੋਂ ਮਰ ਜਾਂਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ। ਗੁਰੂ ਸਾਹਿਬ ਜੀ ਨੇ ਦੋ ਲਫ਼ਜ਼ਾਂ ਵਿੱਚ ਬਿਆਨ ਕੀਤਾ ਹੈ ਜ਼ਿੰਦਗੀ ਔਰ ਮੌਤ ਨੂੰ। ਮਰਣੰ ਵਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣੈ। ਰੱਬ ਨੂੰ ਵਿਸਾਰ ਦੇਣਾ, ਸੱਚ ਨੂੰ ਵਿਸਾਰ ਦੇਣਾ ਮੌਤ ਹੈ, ਔਰ ਸੱਚ ਦੇ ਨਾਲ ਜੁੜੇ ਰਹਿਣਾ ਹੀ ਜੀਵਨ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੀਤਾ ਕਿਛ ਖਾਏ। ਇਸ ਲਈ ਅਸਲੀ ਜ਼ਿੰਦਗੀ ਹੈ ਮਨ, ਬਚਨ ਔਰ ਕਰਮ ਕਰਕੇ ਸੱਚੇ ਹੋਣ ਦੀ ਜ਼ਿੰਦਗੀ, ਅੰਦਰੋਂ ਔਰ ਬਾਹਰੋਂ ਇੱਕ ਹੋਣ ਵਾਲਾ ਜੀਵਨ। ਸੱਚ ਦੇ ਨਾਲ ਜੁੜਿਆ ਹੋਇਆ ਇਨਸਾਨ ਅਸਲੀ ਜ਼ਿੰਦਗੀ ਜੀ ਰਿਹਾ ਹੈ, ਬਾਕੀ ਮਰਿਆ ਹੋਇਆ ਹੈ। ਔਰ ਪਹਿਲਾਂ ਅਸੀਂ ਵਿਚਾਰ ਕਰ ਚੁੱਕੇ ਹਾਂ ਕਿ ਇਸ ਸਮਾਜ ਔਰ ਸੰਸਾਰ ਦੇ ਅੰਦਰ ਜਿਉਂਦੀਆਂ ਲਾਸ਼ਾਂ ਨੇ ਜ਼ਿਆਦੀਆਂ, ਹੈਨ ਵਿਰਲੇ ਨਾ ਹੀ ਕਣੇ। ਜਿਹੜੇ ਜਿਉਂਦੇ ਇਨਸਾਨ ਨੇ ਘੱਟ ਨੇ, ਇਹ ਨਹੀਂ ਕਿ ਨਹੀਂ ਹੈ ਨੇ, ਪਰ ਜ਼ਿਆਦੀਆਂ ਲਾਸ਼ਾਂ ਨੇ। ਰਾਜਨੀਤੀ ਦੀ ਦੁਨੀਆ ਵਿੱਚ ਤੁਸੀਂ ਉਹਨਾਂ ਰਾਜਨੀਤਿਕਾਂ ਨੂੰ ਵੇਖੋ ਜੋ ਹੇਰਾ ਫੇਰੀਆਂ ਕਰਦੇ ਨੇ, ਬੂਥਾਂ ਤੇ ਕਬਜ਼ੇ ਕਰਦੇ ਨੇ, ਸ਼ਰਾਬਾਂ ਵੰਡ ਕੇ ਵੋਟਾਂ ਲੈਂਦੇ ਨੇ। ਉਹਨਾਂ ਨੂੰ ਅਸੀਂ ਜਿਉਂਦੇ ਨਹੀਂ ਕਹਿ ਸਕਦੇ। ਸਮਾਜਿਕ ਦੁਨੀਆ ਵਿੱਚ ਵੇਖੋ, ਜਿਹੜੇ ਸਮਾਜ ਦੇ ਅੰਦਰ ਸੋਸ਼ਲ ਲਾਈਫ ਵਿੱਚ ਜਾਤੀਵਾਦ ਨੂੰ ਮੰਨਦੇ ਨੇ, ਮੇਲ ਤੇਰ ਦੇ ਵਿਤਕਰੇ ਨੇ, ਉਹਨਾਂ ਨੂੰ ਜਿਉਂਦੇ ਇਨਸਾਨ ਨਹੀਂ ਕਿਹਾ ਜਾ ਸਕਦਾ। ਆਰਥਿਕ ਦੁਨੀਆ ਵਿੱਚ ਜੋ 2 ਨੰਬਰ ਦੇ ਧੰਦੇ ਕਰਦੇ ਨੇ, ਰਿਸ਼ਵਤਖੋਰੀ, ਚੋਰ ਬਜ਼ਾਰੀ, ਬੇਗਾਨੇ ਹੱਕ ਖਾਂਦੇ ਨੇ, ਉਹਨਾਂ ਨੂੰ ਜਿਉਂਦੇ ਇਨਸਾਨ ਨਹੀਂ ਕਿਹਾ ਜਾ ਸਕਦਾ। ਧਾਰਮਿਕ ਦੁਨੀਆ ਦੇ ਅੰਦਰ ਜੋ ਧਰਮ ਦੇ ਨਾਮ ਤੇ ਇਮੋਸ਼ਨਲ ਬਲੈਕਮੇਲਿੰਗ ਕਰਦੇ ਨੇ, ਧਰਮ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਧਰਮ ਦੇ ਨਾਮ ਦੇ ਉੱਤੇ ਆਰਥਿਕ ਔਰ ਮਾਨਸਿਕ ਸ਼ੋਸ਼ਣ ਕਰਦੇ ਨੇ, ਉਹ ਇਨਸਾਨ ਜਿਉਂਦੇ ਇਨਸਾਨ ਨਹੀਂ ਹਨ, ਉਹ ਮਰੇ ਹੋਏ ਨੇ। ਇਸ ਲਈ ਜਿਉਂਦਾ ਕੌਣ ਹੈ? ਜੋ ਸੱਚ ਦੇ ਨਾਲ ਜੁੜਿਆ। ਤੇ ਗੁਰੂ ਜੀ ਕਹਿੰਦੇ ਨੇ, ਸੁਰ ਨਰ ਮੁਨਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜੋ ਆਤਮਿਕ ਜ਼ਿੰਦਗੀ, ਖੁਸ਼ੀ, ਆਨੰਦ, ਖੇੜਾ, ਪ੍ਰਸੰਨਤਾ ਦੇਣ ਵਾਲਾ ਨਾਮ ਜਲ, ਜੀਵਨ ਦੀ ਜੁਗਤ ਸਾਰੀ ਦੁਨੀਆ ਖੋਜ ਰਹੀ ਸੀ, ਦੇਵਤੇ, ਮਨੁੱਖ ਮਾਤਰ, ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਗੁਰੂ ਤੋਂ ਪ੍ਰਾਪਤ ਹੁੰਦਾ ਹੈ, ਗੁਰੂ ਤੋਂ ਪਾਇਆ ਜਾ ਸਕਦਾ ਹੈ। ਅਗਲਾ ਬਚਨ ਕਰਦੇ ਨੇ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀ। ਇਹਨੂੰ ਕਿਰਪਾ ਨਹੀਂ ਪੜਨਾ, ਕਿਰਪਾ। ਅਰਥ ਕਿਰਪਾ ਹੀ ਹੈ, ਪੜਨਾ ਹੈ ਕਿਰਪਾ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ। ਜਿਨ੍ਹਾਂ ਦੇ ਉੱਤੇ ਗੁਰੂ ਨੇ ਰਹਿਮਤ ਕੀਤੀ, ਉਹਨਾਂ ਨੇ ਨਾਮ ਅੰਮ੍ਰਿਤ ਪਾ ਲਿਆ, ਉਹਨਾਂ ਨੂੰ ਆਤਮਿਕ ਜੀਵਨ ਮਿਲ ਗਿਆ, ਉਹਨਾਂ ਨੂੰ ਸदैवी ਜ਼ਿੰਦਗੀ ਮਿਲ ਗਈ। ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨੀ। ਜੀਵ ਨੂੰ ਮੈਂ ਜੀਵਨ ਪਾਇਆ, ਜਗ ਜੀਵਨ ਪਾਏ ਰਾਮ। ਗੁਰੂ ਜੀ ਕਹਿੰਦੇ ਹਨ, ਮੈਂ ਜੀਵਨ ਪਾ ਲਿਆ ਕਿਉਂਕਿ ਮੈਂ ਜਗਤ ਦੇ ਜੀਵਨ ਪ੍ਰਭੂ ਪਰਮਾਤਮਾ ਨੂੰ ਪਾ ਗਿਆ। ਮੈਂ ਉਹਦੀ ਰਜ਼ਾ ਦੇ ਅੰਦਰ ਤੁਰਨਾ ਸਿੱਖ ਲਿਆ ਹੈ, ਮੈਂ ਉਹਦੀ ਰਜ਼ਾ ਨੂੰ ਪ੍ਰਵਾਨ ਕਰ ਲਿਆ, ਇਸ ਲਈ ਮੈਂ ਜੀਵਨ ਪਾ ਲਿਆ, ਮੈਨੂੰ ਜੀਵਨ ਦੀ ਸਮਝ ਆ ਗਈ ਹੈ। ਤੇ ਗੁਰੂ ਨੇ ਕਿਰਪਾ ਕੀਤੀ ਤੇ ਕਿਰਪਾ ਕਰਕੇ ਆਤਮਿਕ ਜੀਵਨ ਦਿੱਤਾ। ਤੇ ਗੁਰੂ ਦੀ ਕਿਰਪਾ ਕੀ ਹੈ? ਸੱਚਾ ਮਨ ਵਸਾਇਆ। ਮਨ ਦੇ ਨੰਨੇ ਨਾਲ ਸਿਹਾਰੀ, ਮਨ ਵਿੱਚ ਗੁਰੂ ਨੇ ਜੋ ਸੱਚਾ ਹੈ ਰੱਬ, ਉਹ ਸਾਡੇ ਮਨ ਦੇ ਅੰਦਰ ਵਸਾ ਦਿੱਤਾ। ਗੁਰੂ ਤੋਂ ਸਾਨੂੰ ਸੱਚਾ ਗਿਆਨ ਮਿਲਿਆ,
ਗੁਰੂ ਤੋਂ ਸਾਨੂੰ ਵਿਵੇਕ ਬੁੱਧ ਮਿਲੀ, ਗੁਰੂ ਤੋਂ ਸਾਨੂੰ ਕਾਮਨ ਸੈਂਸ ਮਿਲੀ, ਗੁਰੂ ਤੋਂ ਸਾਨੂੰ ਜੀਵਨ ਜੀਣ ਦਾ ਢੰਗ ਮਿਲਿਆ, ਗੁਰੂ ਤੋਂ ਸਾਨੂੰ ਉਹ ਰਾਸਤਾ ਮਿਲਿਆ ਜਿਨ੍ਹਾਂ ਰਾਹਾਂ ਤੇ ਚੱਲ ਕੇ ਬੰਦਾ ਪ੍ਰਭੂ ਦੇ ਅੰਦਰ ਸਮਾ ਕੇ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਤਾਂ ਹੁਣ ਜੇ ਅਸੀਂ ਆਤਮਿਕ ਜ਼ਿੰਦਗੀ ਜੀਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸੱਚ ਨੂੰ ਆਪਣੇ ਮਨ ਵਿੱਚ ਵਸਾ ਲੈਣਾ ਚਾਹੀਦਾ ਹੈ। ਦੇਖੋ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਸ ਜਗਤ ਵੱਲ ਇੱਕ ਝਾਤ ਮਾਰ ਕੇ ਵੇਖਦੇ ਨੇ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਬਾਬਾ ਦੇਖੇ ਧਿਆਨ ਤਰ ਜਲਦੀ ਸਭ ਪ੍ਰਿਥਵੀ ਦਿਸ ਆਈ। ਸਾਰਾ ਸੰਸਾਰ ਸੜਦਾ ਬਲਦਾ ਨਜ਼ਰ ਨਹੀਂ ਪਿਆ ਤੇ ਫਿਰ ਉਸ ਸੰਸਾਰ ਨੂੰ ਸੋਧਣ ਵਾਸਤੇ ਚੜਿਆ ਸੋਧਨ ਧਰਤ ਲੁਕਾਈ। ਤੇ ਆਤਮਿਕ ਮੌਤੇ ਮਰੇ ਹੋਏ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਕੀ, ਜਿਹਦੇ ਤੋਂ ਅੱਜ ਬੰਦਾ ਫਿਰ ਟੁੱਟਿਆ ਹੋਇਆ ਹੈ। ਦੇਖੋ ਰਾਜਨੀਤੀ ਦੀ ਦੁਨੀਆ ਦੇ ਅੰਦਰ ਸਿਸਟਮ ਸੀ ਕਿ ਪਿਤਾ ਪੁਰਖ ਹੀ ਰਾਜ ਸੀ, ਕਿ ਜੋ ਪਿਤਾ ਬਾਦਸ਼ਾਹ ਹੈ ਅੱਗੋਂ ਉਹਦਾ ਪੁੱਤਰ ਬਾਦਸ਼ਾਹ ਬਣੇਗਾ, ਚਾਹੇ ਉਹ ਨਲਾਇਕ ਹੋਵੇ, ਗੁਣ ਨਹੀਂ ਵੇਖਿਆ ਜਾਂਦਾ। ਤਾਂ ਗੁਰੂ ਨਾਨਕ ਦੇਵ ਜੀ ਨੇ ਰਾਜਨੀਤੀ ਦੀ ਦੁਨੀਆ ਵਿੱਚ ਇੱਕ ਨਵੀਂ ਵਿਚਾਰਧਾਰਾ ਦਿੱਤੀ। ਤਖਤ ਰਾਜਾ ਸੋ ਬਹਿ ਜੇ ਤਖਤੈ ਲਾਇਕ ਹੋਈ, ਕਿ ਐਵੇਂ ਹੀ ਚੁੱਕ ਕੇ ਪੁੱਤਰ ਨੂੰ ਰਾਜ ਸਿੰਘਾਸਨ ਤੇ ਨਾ ਬਿਠਾ ਦਿਓ। ਉਹਦੇ ਅੰਦਰ ਗੁਣ ਦੇਖੋ, ਕੁਆਲਿਟੀ ਦੇਖੋ ਕਿ ਉਹ ਰਾਜ ਚਲਾ ਸਕਦਾ, ਉਹਨੂੰ ਰਾਜਨੀਤੀ ਬਾਰੇ ਗਿਆਨ ਹੈ, ਉਹਦੀ ਜ਼ਿੰਦਗੀ ਵਿੱਚ ਸੱਚ ਹੈ, ਉਹ ਦੇਸ਼ ਦਾ ਪ੍ਰਬੰਧ ਸਹੀ ਢੰਗਾਂ ਨਾਲ ਕਰ ਸਕਦਾ ਹੈ, ਕਿ ਉਹ ਸਾਰੇ ਲੋਕਾਂ ਨੂੰ ਰੋਜ਼ਗਾਰ ਦੇ ਸਕਦਾ ਹੈ, ਮਹਿੰਗਾਈ ਤੇ ਕੰਟਰੋਲ ਕਰ ਸਕਦਾ ਹੈ, ਲੋਕਾਂ ਦੇ ਉੱਤੇ ਵਾਧੂ ਦੇ ਟੈਕਸ ਤੇ ਨਹੀਂ ਪਾਏਗਾ, ਆਪਣੇ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਰੀ ਲੈ ਸਕਦਾ ਹੈ। ਜੇ ਇਹ ਗੁਣ ਹੈ ਨੇ ਤਾਂ ਉਹਨੂੰ ਸਿੰਘਾਸਨ ਤੇ ਬਿਠਾਓ। ਇਹ ਸੱਚ ਸੀ ਨਾ, ਤਾਂ ਇਹ ਐਸੇ ਜਿਹੜੇ ਨੇ ਉਹ ਜੀਂਦੇ ਲੋਕ ਨੇ, ਇਹ ਹੈ ਆਤਮਿਕ ਜੀਵਨ। ਤਾਂ ਅੱਜ ਸਾਨੂੰ ਇਧਰ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਆਪਣੀ ਕੌਮ ਦੇ ਅੰਦਰ ਇਹੋ ਜਿਹੇ ਲੀਡਰ ਪੈਦਾ ਕਰਨੇ ਨੇ, ਅਸੀਂ ਇਹੋ ਜਿਹੇ ਨੇਤਾ ਪੈਦਾ ਕਰਨੇ ਨੇ, ਰਾਜਨੀਤਿਕ ਲੋਕ, ਔਰ ਸਿੰਘਾਸਨ ਤੇ ਉਹਨੂੰ ਬਿਠਾਣਾ ਹੈ ਜੋ ਲਾਇਕ ਹੋਵੇ। ਦੇਖੋ ਉਸ ਤੋਂ ਬਾਅਦ ਵੋਟ ਸਿਸਟਮ ਆ ਗਿਆ। ਇੰਜ ਲੱਗਦਾ ਸੀ ਕਿ ਜਿਵੇਂ ਪਿਤਾ ਪੁਰਖੀ ਰਾਜ ਤੋਂ ਬਾਅਦ ਵੋਟ ਸਿਸਟਮ ਦੇ ਨਾਲ ਕੁਝ ਠੀਕ ਹੋ ਜਾਏਗਾ, ਫਰਕ ਪਿਆ। ਲੇਕਿਨ ਹੁਣ ਜਿਹਦੇ ਕੋਲ ਵੋਟਾਂ ਜ਼ਿਆਦੀਆਂ ਨੇ ਉਹ ਬੰਦਾ ਜਿੱਤੇਗਾ। ਤੇ ਵੋਟਾਂ ਜ਼ਿਆਦੀਆਂ ਕਿਹਦੀਆਂ ਹੁੰਦੀਆਂ ਨੇ ਇਹ ਤਾਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਨਾ। ਜੇ ਹੁਣ ਕੋਈ ਇਮਾਨਦਾਰ ਆਦਮੀ ਹੈ, ਉਹਦੇ ਕੋਲ ਗਿਆਨ ਹੈ, ਉਹ ਬਹੁਤ ਚੰਗਾ ਪ੍ਰਬੰਧ ਕਰ ਸਕਦਾ ਹੈ, ਪਰ ਉਹਦੇ ਕੋਲ ਇਲੈਕਸ਼ਨ ਲੜਨ ਵਾਸਤੇ ਪੈਸਾ ਨਹੀਂ, ਤਾਂ ਉਹ ਕਿਵੇਂ ਲੜੇਗਾ? ਫਿਰ ਤਾਂ ਕੋਈ ਵੀ ਨਾਲਾਇਕ ਬੰਦਾ ਵੀ ਜਿੱਤ ਜਾਏਗਾ, ਔਰ ਐਸਾ ਹੋ ਵੀ ਰਿਹਾ ਹੈ। ਇਸ ਲਈ ਇਲੈਕਸ਼ਨ ਸਿਸਟਮ ਨੂੰ ਵੀ ਗੁਰਮਤ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਇੱਥੇ ਸਿਲੈਕਸ਼ਨ ਸਿਸਟਮ ਹੈ, ਇੱਥੇ ਗੁਣਾਂ ਦੀ ਗੱਲ ਹੈ, ਕੁਆਲਿਟੀ ਦੇਖੀ ਜਾਏ ਕਿ ਸੱਚ ਦੇ ਉੱਤੇ ਕੌਣ ਪੂਰਾ ਉਤਰਦਾ ਹੈ। ਦੇਖੋ ਜੇ ਗੁਰੂ ਨਾਨਕ ਦੇਵ ਜੀ ਹਰਿਦੁਆਰ ਜਦੋਂ ਗਏ ਨੇ, ਜੇ ਉੱਥੇ ਵੋਟਾਂ ਪਵਾਉਂਦੇ ਕਿ ਪਾਣੀ ਲਹਿੰਦੇ ਨੂੰ ਦੇਣਾ ਚਾਹੀਦਾ ਕਿ ਚੜ੍ਹਦੇ ਨੂੰ, ਤੇ ਵੋਟਾਂ ਕਿਹਦੀਆਂ ਜ਼ਿਆਦੀਆਂ ਨਿਕਲਦੀਆਂ ਸੀ? ਗੁਰੂ ਨਾਨਕ ਦੇਵ ਤੇ ਇਕੱਲੇ ਹੀ ਨੇ ਨਾ, ਭਾਈ ਮਰਦਾਨੇ ਦੀ ਵੋਟ ਨਿਕਲ ਆਉਂਦੀ, ਇੱਕ ਦੋ ਹੋਰ ਨਿਕਲ ਆਉਂਦੀਆਂ। ਲੇਕਿਨ ਕਿਉਂਕਿ ਗਿਣਤੀ ਜ਼ਿਆਦੀ ਦੂਜੇ ਪਾਸੇ, ਇਹਦਾ ਮਤਲਬ ਇਹ ਨਹੀਂ ਕਿ ਜਿੱਧਰ ਜ਼ਿਆਦਾ ਗਿਣਤੀ ਹੈ ਉਧਰ ਸੱਚ ਵੀ ਹੋ ਸਕਦਾ ਹੈ। ਸੱਚ ਨੂੰ ਪਰਖਣਾ ਪਵੇਗਾ, ਪ੍ਰੈਕਟੀਕਲੀ ਜ਼ਿੰਦਗੀ ਜੀ ਕੇ ਕੀ ਉਹ ਪ੍ਰੈਕਟੀਕਲੀ ਜੀਵਨ ਦੇ ਵਿੱਚ ਪੂਰਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਪੁੱਤਰ ਨੂੰ ਗੁਰਿਆਈ ਨਹੀਂ ਦਿੱਤੀ, ਔਰ ਫਿਰ ਇਲੈਕਸ਼ਨ ਵੀ ਨਹੀਂ ਕਰਾਇਆ ਵੀ ਚਲੋ ਵੋਟਾਂ ਪਵਾ ਲੈਣੇ। ਹੋ ਸਕਦਾ ਸ੍ਰੀ ਚੰਦ ਜਿੱਤ ਜਾਂਦੇ ਵੋਟਾਂ ਪਵਾਉਂਦੇ, ਪਰ ਵੋਟਾਂ ਨਹੀਂ ਨਾ। ਉੱਥੇ ਦੇਖਦੇ ਨੇ ਕਿ ਭਾਈ ਲਹਿਣਾ ਜੀ ਪੂਰਾ ਉਤਰ ਰਹੇ ਨੇ, ਤੇ ਭਾਈ ਲਹਿਣਾ ਜੀ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕਰ ਰਹੇ ਨੇ। ਤਖਤ ਰਾਜਾ ਸੋਭ ਹੈ ਜੇ ਤਖਤੈ ਲਾਇਕ ਹੋਈ, ਤਾਂ ਰਾਜ ਸਿੰਘਾਸਨ ਦੇ ਉੱਤੇ ਉਹ ਲੋਕ ਬੈਠਣ, ਉਹਨਾਂ ਨੂੰ ਅਸੀਂ ਜਿਉਂਦੇ ਕਹਿ ਸਕਦੇ ਹਾਂ। ਇਹ ਹੈ ਅੰਮ੍ਰਿਤ, ਜੋ ਰਾਜਨੀਤਿਕ ਲੋਕਾਂ ਵਾਸਤੇ ਹੈ, ਸੱਚ ਦੇ ਨਾਲ ਜੁੜਨ। ਸਮਾਜ ਦੇ ਅੰਦਰ ਵੇਖਿਆ ਆਤਮਿਕ ਮੌਤ ਤੇ ਮਰੇ ਹੋਏ ਲੋਕ, ਕਦੇ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ
ਗੁਰੂ ਨਾਨਕ ਦੇਵ ਜੀ ਦੇ ਸਮੇਂ ਜਿਹੜਾ ਸਮਾਜ ਹੈ ਉਹਦੇ ਅੰਦਰ ਜੋ ਅਖੌਤੀ ਸ਼ੂਦਰ ਨੇ ਉਹਨਾਂ ਦੇ ਨਾਲ ਵਰਤਾਵ ਕੈਸਾ ਕੀਤਾ ਜਾ ਰਿਹਾ, ਪਸ਼ੂਆਂ ਨਾਲੋਂ ਵੀ ਭੈੜਾ। ਔਰਤ ਦੇ ਨਾਲ ਕੈਸਾ ਵਿਹਾਰ ਕੀਤਾ ਜਾ ਰਿਹਾ ਹੈ ਕਿ ਜੇ ਔਰਤ ਦਾ ਪਤੀ ਗੁਜ਼ਰ ਜਾਏ ਤਾਂ ਉਹਨੂੰ ਸਤੀ ਹੋਣਾ ਪੈਂਦਾ ਹੈ, ਜਿਉਂਦੀ ਨੂੰ ਅੱਗ ਦੇ ਵਿੱਚ ਸਾੜ ਦਿੱਤਾ ਜਾਂਦਾ ਹੈ। ਗੈਰ ਮਨੁੱਖੀ ਵਰਤਾਰੇ ਕਿ ਉਹਨਾਂ ਲੋਕਾਂ ਨੂੰ ਤੁਸੀਂ ਜਿਉਂਦਿਆਂ ਕਹੋਗੇ ਜਿਹੜੇ ਜਾਤੀਵਾਦ ਨੂੰ ਮੰਨ ਰਹੇ ਨੇ, ਨੀਵੀਂ ਉੱਚੀ ਜਾਤ ਨੂੰ। ਤਾਂ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾ ਬਚਨ ਕੀਤਾ ਸੀ ਸਮਾਜ ਅੰਦਰ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ, ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ, ਫੱਕੜ ਜਾਤੀ ਫੱਕੜ ਨਾ ਹੋ। ਤਾਂ ਇਸ ਜਾਤੀਵਾਦ ਸਿਸਟਮ ਨੂੰ ਖਤਮ ਕਰਨਾ ਔਰ ਇੱਕ ਭਾਈਚਾਰਕ ਸਮਾਜ ਦੀ ਸਿਰਜਣਾ ਕਰਨੀ, ਬੰਦਾ ਬੰਦੇ ਦੇ ਅੰਦਰ ਰੱਬ ਨੂੰ ਵੇਖੇ, ਇਹ ਆਤਮਿਕ ਜੀਵਨ ਦੇਣ ਵਾਲਾ ਫਾਰਮੂਲਾ ਸੀ, ਗੁਰੂ ਦਾ ਸਿਧਾਂਤ ਸੀ। ਆਰਥਿਕ ਦੁਨੀਆ ਦੇ ਅੰਦਰ ਇੱਕ ਪਾਸੇ ਭਾਈ ਲਾਲੋ ਵਰਗੇ ਕਿਰਤੀ ਲੋਕ, ਦੂਜੇ ਪਾਸੇ ਮਲਕ ਭਾਗੋ ਵਰਗੇ 2 ਨੰਬਰ ਦੇ ਧੰਦੇ। ਤਾਂ 2 ਨੰਬਰ ਦੇ ਧੰਦੇ ਕਰਨ ਵਾਲਾ ਬੰਦਾ ਜਿਉਂਦਾ ਇਨਸਾਨ ਨਹੀਂ, ਚਲਦੀ ਫਿਰਦੀ ਲਾਸ਼ ਹੈ। ਇਨਸਾਨੀਅਤ ਮਰੇਗੀ ਅੰਦਰੋਂ ਤਾਂ ਹੀ ਬੰਦਾ ਡੁਪਲੀਕੇਟ ਦਵਾਈਆਂ ਵੇਚੇਗਾ, ਰਿਸ਼ਵਤ ਲਵੇਗਾ, ਬੇਗਾਨਾ ਹੱਕ ਖਾਏਗਾ, ਜਿਉਂਦੀ ਜ਼ਮੀਰ ਵਾਲਾ ਥੋੜੀ। ਤਾਂ ਗੁਰੂ ਜੀ ਨੇ ਉੱਥੇ ਇਹ ਬਚਨ ਕੀਤਾ ਵੀ ਸੱਚੀ ਸੁੱਚੀ ਦਸਾਂ ਨਵਾਂ ਦੀ ਕਿਰਤ ਕਰੋ। ਤੇ ਕਿਰਤ ਦਾ ਮਤਲਬ ਕੇਵਲ ਹਲ ਬਾਣੇ ਨਹੀਂ, ਕੋਈ ਵੀ ਕਿਰਤ ਕਰਦੇ ਹੋ ਸੱਚ ਨੂੰ ਬੇਸ ਬਣਾ ਕੇ ਕਰੋ, ਜਿਸ ਕਰਕੇ ਹਰ ਇੱਕ ਦੀ ਰੋਟੀ ਕੱਪੜੇ ਮਕਾਨ ਦੀ ਲੋੜ ਪੂਰੀ ਹੋਵੇ। ਘਾਲ ਖਾਏ ਕਿ ਛੱਤੋਂ ਦੇ, ਨਾਨਕ ਰਾਹ ਪਛਾਣੇ। ਧਰਮ ਦੀ ਦੁਨੀਆ ਦੇ ਅੰਦਰ 3 ਮੁੱਖ ਜਿਹੜੇ ਨੇ ਉਦੋਂ ਪ੍ਰਚਾਰਕ ਸਨ, ਇੱਕ ਜੋਗੀ, ਇੱਕ ਬ੍ਰਾਹਮਣ ਔਰ ਇੱਕ ਕਾਜ਼ੀ। ਤੇ ਧਾਰਮਿਕ ਲੋਕ ਇੱਕ ਦੂਜੇ ਦੇ ਨਾਲ ਲੜ ਰਹੇ ਨੇ, ਇੱਕ ਦੂਜੇ ਨੂੰ ਕਾਫਰ ਕਹਿ ਰਿਹਾ ਹੈ ਤੇ ਦੂਜਾ ਦੂਜੇ ਨੂੰ ਮਲੇਛ ਕਹਿ ਰਿਹਾ ਹੈ। ਗੁਰੂ ਜੀ ਨੇ ਬਚਨ ਕੀਤਾ, ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਕਰਮ ਕਾਂਡ ਧਰਮ ਨਹੀਂ ਹੈ। ਕਰਮ ਕਾਂਡਾਂ ਦੇ ਨਾਲ ਕਦੇ ਆਤਮਿਕ ਜੀਵਨ ਨਹੀਂ ਮਿਲਦਾ। ਗੁਰੂ ਜੀ ਨੇ ਜੋ ਧਰਮ ਦਿੱਤਾ ਹੈ ਉਹ ਅਸੀਂ ਬੜੇ ਖੁੱਲ ਕੇ ਵਿਚਾਰ ਕਰ ਰਹੇ ਹਾਂ ਧਰਮ ਖੰਡ ਵਾਲੇ ਪੌੜੀ ਦੇ ਅੰਦਰ। ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤਿ ਜੁਗ ਜੁਗ ਪੂਰਾ ਹੋਈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਤਾਂ ਇਹ ਹੈ ਅੰਮ੍ਰਿਤ ਸੱਚ, ਯਾਨੀ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਸੱਚ ਨੂੰ ਅਪਣਾ ਲੈਣਾ, ਮਨ ਬਚਨ ਕਰਮ ਕਰਕੇ ਸੱਚ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣਾ। ਇਹ ਹੈ ਅੰਮ੍ਰਿਤ ਪਾਇਆ। ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਗੁਰੂ ਨੇ ਰਹਿਮਤ ਕਰਕੇ ਸੱਚਾ ਰੱਬ ਸਾਡੇ ਮਨ ਵਿੱਚ ਵਸਾ ਦਿੱਤਾ। ਰੱਬ ਦੀ ਸਿਫਤ ਸਲਾਹ, ਰੱਬ ਦਾ ਭਾਣਾ, ਰੱਬ ਦੀ ਰਜ਼ਾ, ਉਹਨਾਂ ਨੇ ਲੋਕਾਂ ਨੇ ਫਿਰ ਆਤਮਿਕ ਜੀਵਨ ਪਾ ਲਿਆ। ਇਹ ਹੈ ਅੰਮ੍ਰਿਤ, ਸੱਚ ਦੇ ਨਾਲ ਜੁੜ ਜਾਣਾ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ। ਪਰਸਨ ਆਇਆ ਦਾ ਮਤਲਬ ਗੁਰੂ ਦੇ ਚਰਨ ਪਰਸਨ ਲਈ, ਵੇਖ ਦਾ ਮਤਲਬ ਵੇਖ ਕੇ, ਇੱਕ ਦਾ ਮਤਲਬ ਹੈ ਕਈ। ਜਦੋਂ ਇੱਕ ਦੇ ਕੱਕੇ ਨਾਲ ਸਿਹਾਰੀ ਲੱਗੀ ਹੋਵੇ ਉਹਦਾ ਮਤਲਬ ਹੁੰਦਾ ਹੈ ਕਈ ਸਾਰੇ, ਬਹੁਵਚਨੀ ਸ਼ਬਦ ਹੈ। ਇੱਕ ਦੇ ਕੱਕੇ ਥੱਲੇ ਕੜਾਏ ਤਾਂ ਉਹ ਇੱਕ ਦੀ ਗੱਲ ਹੋਏਗੀ, ਇੱਕ ਦਾ ਕੱਕਾ ਮੁਕਤਾ ਹੋਏ ਤਾਂ ਉਹ ਫੀਮੇਲ ਜੈਂਡਰ ਹੋਏਗਾ। ਇਸ ਲਈ ਜੀ ਜੰਤ ਸਭ ਤੁਧ ਉਪਾਏ, ਵੀ ਹੈ ਪ੍ਰਭੂ ਇਹ ਸਾਰੇ ਜੀਵ ਜੰਤ ਜਿੰਨੇ ਵੀ ਨੇ ਤੂੰ ਪੈਦਾ ਕੀਤੇ ਨੇ, ਤੇਰੀ ਰਜ਼ਾ ਦੇ ਅੰਦਰ ਪੈਦਾ ਹੋਏ ਨੇ। ਇਹਨਾਂ ਸਾਰਿਆਂ ਦੇ ਅੰਦਰ ਤੂੰ ਆਪ ਵਸਤ ਹੈ। ਸਾਰੇ ਜੀਵ ਜੰਤ ਤੇਰੇ ਪੈਦਾ ਕੀਤੇ ਹੋਏ ਨੇ। ਇੱਕ ਵੇਖ ਪਰਸਨ ਆਇਆ, ਕਈ ਉਹ ਨੇ ਜਿਨ੍ਹਾਂ ਨੇ ਗੁਰੂ ਨੂੰ ਵੇਖਿਆ, ਯਾਨੀ ਸੁਣਿਆ, ਜਾਣਿਆ, ਪਰਖਿਆ ਤੇ ਗੁਰੂ ਨੂੰ ਪਰਸਨ ਵਾਸਤੇ ਆ ਗਏ। ਗੁਰੂ ਦੇ ਚਰਨਾਂ ਦੇ ਅੰਦਰ ਆਤਮ ਸਮਰਪਣ ਕਰ ਦਿੱਤਾ, ਆਪਣੀ ਹੋਮੇ ਛੱਡ ਦਿੱਤੀ। ਇੱਕ ਵੇਖ ਪਰਸਨ ਆਇਆ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਕਿਤਨੇ ਐਸੇ ਸਿੱਖ ਨੇ ਜਿਨ੍ਹਾਂ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਹੋ ਕੇ ਹੀ ਬਹੁਤ ਸਾਰੇ ਲੋਕਾਂ ਨੇ ਸਿੱਖੀ ਧਾਰਨ। ਤਾਂ ਅਸਲ ਦੇ ਅੰਦਰ ਜੋ ਅਸੀਂ ਗੁਰੂ ਨਾਨਕ ਨਾਮ ਲੇਵਾ ਸਿੱਖ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋ ਮੰਨਣ ਹਾਰੇ ਹਾਂ, ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਰੋਲ ਮਾਡਲ ਬਣ ਕੇ ਜੀਵੀਏ। ਸਾਡੇ ਵੱਲ ਵੇਖ ਕੇ
ਕੋਈ ਸਿੱਖ ਸੱਜ ਜਾਏ, ਸਾਡੇ ਵੱਲ ਵੇਖ ਕੇ ਕੋਈ ਗੁਰੂ ਦੇ ਨਾਲ ਜੁੜ ਜਾਏ, ਸਾਡੇ ਵੱਲ ਵੇਖ ਕੇ ਸਾਡੀ ਜ਼ਿੰਦਗੀ ਵੱਲ ਕੋਈ ਸਿੱਖ ਬਣ ਜਾਏ, ਉਦੋਂ ਅਸੀਂ ਸਮਝਾਂਗੇ ਕਿ ਇਹ ਪ੍ਰਚਾਰ। ਦੇਖੋ ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਦੀ ਭਤੀਜੀ ਬੇਟੀ ਹੁਣ ਸਵੇਰੇ ਦੁੱਧ ਰਿੜਕ ਰਹੇ ਨੇ ਤੇ ਗੁਰੂ ਅਮਰਦਾਸ ਜੀ ਮਹਾਰਾਜ, ਆਪ ਨੂੰ ਪਤਾ ਹੈ ਨਾ, ਗੰਗਾ ਤੇ 22 ਵਾਰੀ ਗਏ ਨੇ ਔਰ ਕਿਸੇ ਸਾਧੂ ਦੇ ਨਾਲ ਮਿਲਾਪ ਹੋਇਆ ਹੈ, ਜਿਨਨੇ ਕਿਹਾ ਕਿ ਮੇਰੀ ਜ਼ਿੰਦਗੀ ਖਰਾਬ ਹੋ ਗਈ ਕਿ ਮੈਂ ਗੁਰੂ ਦੇਵ ਤੋਂ ਪਾਣੀ ਪੀ ਲਿਆ। ਤੇ ਸਵੇਰੇ ਉੱਠੇ ਨੇ ਤੇ ਬੀਬੀ ਜੀ ਬਾਣੀ ਪੜ ਰਹੇ ਨੇ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤੇ ਸੁਪਰ ਮੰਜ਼ਲਿਆ ਸੰਨੀ ਚਿੰਤ ਪਈ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਗੁਰੂ ਅਮਰਦਾਸ ਜੀ ਨੇ ਇਹ ਪਾਵਨ ਬਾਣੀ ਸੁਣੀ ਤੇ ਆਪਣੀ ਭਤੀਜ ਨੂੰ ਜਾ ਕੇ ਮਿਲੇ ਕਿ ਬੇਟਾ ਉਹ ਕਿਹੜਾ ਹੈ ਗੁਰੂ ਜਿਹੜਾ ਨਾਮ ਅੰਮ੍ਰਿਤ ਦੀ ਬੂੰਦ ਦਿੰਦਾ ਹੈ ਤੇ ਜੰਗਾਲ ਹੋਇਆ ਵੀ, ਜਿਹੜਾ ਮਨੂਰ ਹੋਇਆ ਲੋਹਾ ਵੀ ਸੋਨਾ ਬਣ ਜਾਂਦਾ। ਕਹਿਣ ਲੱਗੇ ਪਿਤਾ ਜੀ, ਮੇਰੇ ਪਿਤਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਉਹ ਗੁਰਿਆਈ ਗੱਦੀ ਤੇ ਬੈਠੇ ਨੇ, ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ। ਤੇ ਕਹਿਣ ਲੱਗੇ ਬੇਟੀ ਮੈਨੂੰ ਵੀ ਉਹਨਾਂ ਦੇ ਨਾਲ ਮਿਲਾ। ਜਾ ਕੇ ਮਿਲੇ ਤੇ ਜਿਨ੍ਹਾਂ ਨੂੰ ਲੋਕ ਅਮਰੂ ਨਥਾਵਾਂ ਕਹਿੰਦੇ ਸਨ, ਉਹ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਤਿਰਿਆਂ ਦੀ ਧਿਰ, ਨਿਚੀਜਿਆਂ ਨੂੰ ਚੀਜ਼ ਕਰਨ ਵਾਲੇ ਸਤ ਵਸਤੂ ਦੇ ਬਖਤਾ, ਤਤ ਵਸਤੂ ਦੇ ਦਾਤਾ ਹੋ ਗਏ ਨਾ। ਇੱਕ ਬੀਬੀ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਪੰਕਤੀ, ਇੱਕ ਸ਼ਬਦ ਨੇ ਇੱਕ ਬਜ਼ੁਰਗ ਦਾ ਜੀਵਨ ਬਦਲ ਦਿੱਤਾ ਤੇ ਉਹ ਗੁਰੂ ਦਾ ਰੂਪ ਹੋ ਗਏ। ਇਸੇ ਨੂੰ ਕਹਿੰਦੇ ਨੇ ਇੱਕ ਵੇਖ ਪਰਸਨ ਆਇਆ। ਤੁਹਾਡੀ ਜ਼ਿੰਦਗੀ ਐਸੀ ਹੋਵੇ ਮੇਰੀਓ ਭੈਣੋ, ਮੇਰੇ ਵੀਰੋ, ਔਰ ਮੈਂ ਖੁਦ ਵੀ, ਕਿ ਸਾਨੂੰ ਕੋਈ ਵੇਖੇ, ਸਾਡੇ ਨਾਲ ਕੋਈ ਬੋਲੇ, ਅਸੀਂ ਕਿਸੇ ਨਾਲ ਵਿਹਾਰ ਕਰੀਏ ਤੇ ਉਹ ਸਦਾ ਵਾਸਤੇ ਤੁਹਾਡਾ ਹੋ ਜਾਏ ਤੇ ਤੁਹਾਨੂੰ ਪੁੱਛੇ ਕਿ ਐਸੀ ਜ਼ਿੰਦਗੀ, ਐਸੀ ਸੋਚ, ਐਸੇ ਬੋਲ ਤੁਹਾਡੇ ਕਿਵੇਂ ਹੋ ਗਏ। ਕਵਨ ਬਣੀ ਦੀ ਤੇਰੀ ਲਾਲੀ, ਜਿਹੜੀ ਪੂਰੀ ਦੁਨੀਆ ਦੇ ਅੰਦਰ ਕੋਈ ਕਿਸੇ ਦਾ ਨਜ਼ਰ ਹੀ ਨਹੀਂ ਪੈਂਦਾ, ਉੱਥੇ ਤੁਹਾਡਾ ਸੁਭਾਅ ਇੰਨਾ ਚੰਗਾ ਕਿਵੇਂ। ਤੇ ਫਿਰ ਤੁਸੀਂ ਉਹਨੂੰ ਦੱਸੋ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਨੇ ਹਾਂ, ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਂਦੇ ਹਾਂ, ਗੁਰਬਾਣੀ ਦੇ ਵਿੱਚੋਂ ਸਾਨੂੰ ਐਸਾ ਜੀਵਨ ਮਿਲਿਆ ਤੇ ਉਹ ਕਵੇ ਯਾਰ ਮੈਨੂੰ ਵੀ ਗੁਟਕਾ ਦੇ, ਮੈਨੂੰ ਵੀ ਬਾਣੀ ਦੱਸ ਕਿਵੇਂ ਪੜਾਂ। ਉਹ ਵੀ ਗੁਰਦੁਆਰਾ ਸਾਹਿਬ ਆਉਣ ਲੱਗ ਜਾਏ, ਉਹ ਵੀ ਪਾਵਨ ਬਾਣੀ ਨੂੰ ਪੜ੍ਹ ਕੇ ਤੁਹਾਡੇ ਵਰਗਾ ਬਣਨਾ ਚਾਹਵੇ, ਉਸ ਦਿਨ ਸਾਡੀ ਜ਼ਿੰਦਗੀ ਸਫਲ। ਤਾਂ ਗੁਰੂ ਨੂੰ ਵੇਖ ਕੇ ਪਰਸਨ ਆਇਆ, ਉਹ ਗੁਰੂ ਦੇ ਪਾਵਨ ਚਰਨਾਂ ਦੇ ਅੰਦਰ ਕਈ ਜਿਹੜੇ ਨੇ ਪਰਸਨ ਵਾਸਤੇ ਆ ਗਏ, ਭਾਵ ਕਿ ਉਹ ਗੁਰੂ ਦੇ ਅੱਗੇ ਸਮਰਪਣ ਹੋ ਗਏ, ਉਹਨਾਂ ਨੇ ਆਪਣਾ ਆਪਾ ਤਿਆਗ ਦਿੱਤਾ। ਜਿਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣੇ ਦੇ ਰੂਪ ਵਿੱਚ ਆਏ ਨਾ, ਜਾ ਰਹੇ ਸਨ ਦੇਵੀ ਤੇ ਸਾਖੀ ਤੁਸੀਂ ਸੁਣੀ ਹੈ, ਮੈਂ ਸਾਖੀ ਤੇ ਬਹੁਤਾ ਨਹੀਂ ਰੁਕਾਂਗਾ। ਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਫਿਰ ਕੀ ਅੱਗੇ ਗਏ, ਫਿਰ ਉੱਥੋਂ ਦੀ ਰਹਿ ਗਏ, ਗੁਰੂ ਦੇ ਹੀ ਹੋ ਗਏ। ਗੁਰੂ ਅਮਰਦਾਸ ਜੀ ਦਰਸ਼ਨ ਕਰਨ ਆਏ ਤੇ ਫਿਰ ਗੁਰੂ ਦੇ ਹੀ ਹੋ ਗਏ। ਗੁਰੂ ਰਾਮਦਾਸ ਜੀ ਦਰਸ਼ਨ ਕਰਨ ਵਾਸਤੇ ਆਏ ਤੇ ਗੁਰੂ ਦੇ ਹੀ ਹੋ ਗਏ ਨਾ। ਆਪਣਾ ਆਪਾ ਸਮਰਪਿਤ ਕਰ ਦਿੱਤਾ, ਆਪਣੀ ਮੱਤ ਛੱਡ ਦਿੱਤੀ। ਤੇ ਜਿਨ੍ਹਾਂ ਨੂੰ ਫਿਰ ਗੁਰੂ ਚੰਗਾ ਲੱਗਾ, ਗੁਰੂ ਦੇ ਨਾਲ ਸਾਡਾ ਪਿਆਰ ਵੀ ਬਣਨਾ ਚਾਹੀਦਾ ਨਾ। ਤੇ ਜਿਨ੍ਹਾਂ ਨੂੰ ਗੁਰੂ ਫਿਰ ਪਿਆਰਾ ਲੱਗਦਾ ਹੈ, ਜੋ ਗੁਰੂ ਅੱਗੇ ਆਤਮ ਸਮਰਪਣ ਕਰ ਦਿੰਦੇ ਨੇ, ਉਹਨਾਂ ਦੀ ਨਿਸ਼ਾਨੀ ਕੀ ਹੈ, ਜਿਸ ਕਰਕੇ ਸਾਨੂੰ ਕੋਈ ਇਮੋਸ਼ਨਲ ਬਲੈਕਮੇਲ ਨਾ ਕਰ ਸਕੇ, ਧੋਖਾ ਨਾ ਦੇ ਸਕੇ। ਦੂਜੀ ਗੱਲ, ਅਸੀਂ ਵੀ ਕਿਸੇ ਨੂੰ ਧੋਖਾ ਨਾ ਦੇ ਸਕੇ। ਤੇ ਤੀਜੀ ਗੱਲ, ਅਸੀਂ ਆਪ ਵੀ ਧੋਖੇ ਵਿੱਚ ਨਾ ਰਵੀਏ ਕਿ ਅਸੀਂ ਗੁਰੂ ਵਾਲੇ ਹਾਂ, ਅਸੀਂ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਹਾਂ, ਭੁਲੇਖਾ ਨਾ ਰਵੇ। ਇਸ ਲਈ ਸਤਿਗੁਰੂ ਭਲਾ ਪਾਇਆ, ਜਿਹੜੇ ਗੁਰੂ ਦੇ ਚਰਨਾਂ ਵਿੱਚ ਆਏ, ਜਿਨ੍ਹਾਂ ਨੂੰ ਫਿਰ ਗੁਰੂ ਚੰਗਾ ਲੱਗਾ, ਉਹਨਾਂ ਦੀ ਨਿਸ਼ਾਨੀ ਕੀ ਹੈ? ਲੱਭ, ਲੋਭ, ਅਹੰਕਾਰ ਚੂਕਾ। ਸਤਿਗੁਰੂ ਭਲਾ ਪਾਇਆ, ਜਿਨ੍ਹਾਂ ਨੂੰ ਸਤਿਗੁਰੂ ਪਿਆਰਾ ਲੱਗਾ, ਜਿਨ੍ਹਾਂ ਨੇ ਗੁਰੂ ਦੀ ਬਾਣੀ ਨਾਲ ਪ੍ਰੀਤ ਬਣਾ ਲਈ ਨਾ, ਉਹਨਾਂ ਦੀ ਜ਼ਿੰਦਗੀ ਦੀ ਨਿਸ਼ਾਨੀ ਹੈ, ਉਹਨਾਂ ਦੇ ਵਿੱਚੋਂ ਲੱਭ, ਲੋਭ ਤੇ ਹੰਕਾਰ ਖਤਮ ਹੋ। ਲੱਭ ਖਾਣ ਦਾ ਲਾਲਚ, ਚਸਕੇ, ਤੇ ਲੋਭ ਨਜਾਇਜ਼ ਢੰਗਾਂ ਦੇ ਨਾਲ ਕੋਈ ਸ਼ੈ ਪ੍ਰਾਪਤ ਕਰਨੀ। ਹੁਣ ਕਈ ਵਾਰ ਸਵੇਰ ਤੋਂ ਲੈ ਕੇ ਬੰਦਾ ਸ਼ਾਮ ਤੱਕ ਖਾ ਹੀ ਰਿਹਾ ਹੈ,
ਤੇ ਮੇਰੇ ਕਹਿਣ ਦਾ ਕਦਾਚਿਤ ਭਾਵ ਇਹ ਨਹੀਂ ਕਿ ਬੰਦਾ ਰੋਟੀ ਪ੍ਰਸ਼ਾਦਾ ਨਾ ਖਾਏ, ਖਾਣਾ ਬਹੁਤ ਜ਼ਰੂਰੀ ਹੈ, ਪਰ ਕਈ ਲੋਕਾਂ ਦੀ ਜ਼ਿੰਦਗੀ ਚਸਕਿਆਂ ਵਿੱਚ ਹੀ ਲੰਘ ਜਾਂਦੀ ਹੈ। ਅਸੀਂ ਖਾਣ ਵਾਸਤੇ ਜੀਣਾ ਹੈ, ਪਰ ਬਹੁਤੇ ਲੋਕ ਖਾਣ ਵਾਸਤੇ ਜੀਣ ਵਾਸਤੇ ਖਾਣਾ ਹੈ, ਸੌਰੀ, ਅਸੀਂ ਜੀਣ ਵਾਸਤੇ ਖਾਣਾ ਹੈ, ਪਰ ਬਹੁਤੇ ਲੋਕ ਖਾਣ ਵਾਸਤੇ ਜੀਂਦੇ। ਕਈ ਲੋਕ ਇੰਨੇ ਭੁੱਖੇ ਹੁੰਦੇ ਨੇ ਕਿ ਉਹ ਦੂਜਿਆਂ ਦੀਆਂ ਖੁਸ਼ੀਆਂ ਵੀ ਖਾ ਜਾਂਦੇ, ਦੂਜਿਆਂ ਦੇ ਹੱਕ ਵੀ ਖਾ ਜਾਂਦੇ। ਕਿਤਨੇ ਲੋਕ ਨੇ ਐਸੇ ਖਾਣ ਦੇ ਭੁੱਖੇ ਜੋ ਮਾਸੂਮ ਧੀਆਂ ਦੀਆਂ ਖੁਸ਼ੀਆਂ ਖਾ ਗਏ, ਜਿਨ੍ਹਾਂ ਨੇ ਨੂੰਹਾਂ ਨੂੰ ਘਰੋਂ ਕੱਢਿਆ ਹੈ, ਜਾਂ ਹੋਰ ਕਈ ਕੁਛ ਐਸਾ ਹੁੰਦਾ ਨਾ ਸਮਾਜ ਵਿੱਚ ਵਿਸਾਰ ਵਿੱਚ ਜਾਣ ਦੀ ਲੋੜ ਨਹੀਂ, ਖਾ ਗਏ ਨਾ ਖੁਸ਼ੀਆਂ। ਕਿਤਨੇ ਲੋਕ ਨੇ ਜਿਹੜੇ ਜ਼ਬਰ ਜਨਾਹ ਕਰਨ ਵਾਲੇ ਕਿਸੇ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਕਿਤਨੇ ਲੋਕ ਨੇ ਜੋ ਕਿਸੇ ਦਾ ਪ੍ਰੋਪਰਟੀ ਹੀ ਖਾ ਗਏ, ਥੋੜੀ ਜੀ ਪ੍ਰੋਪਰਟੀ ਵਾਸਤੇ ਆਪਣੇ ਹੀ ਭਰਾਵਾਂ ਨੂੰ ਕਤਲ ਤੱਕ ਕਰ ਦਿੱਤਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਲੱਭ ਨਹੀਂ ਰਹਿੰਦਾ, ਚਸਕਿਆਂ ਵਾਸਤੇ ਨਹੀਂ ਉਹ ਜੀਂਦੇ, ਉਹ ਸਮਾਜ ਨੂੰ ਵੀ ਕੁਛ ਦਿੰਦੇ ਨੇ। ਦੇਖੋ ਅਸੀਂ ਇਸ ਸਮਾਜ ਤੋਂ ਕਿੰਨਾ ਕੁਛ ਲੈ ਰਹੇ ਹਾਂ, ਸਾਡੀਆਂ ਕੋਠੀਆਂ ਨੇ, ਬੰਗਲੇ ਨੇ, ਕਾਰਾਂ ਨੇ, ਜੋ ਵੀ ਕੁਛ ਕਿਸੇ ਕੋਲ ਪ੍ਰੋਪਰਟੀ ਹੈ, ਜੋ ਵੀ ਕੁਛ ਅਸੀਂ ਲਿਆ ਹੈ, ਸੁੱਖ ਸਹੂਲਤਾਂ ਇਸ ਸਮਾਜ ਵਿੱਚੋਂ ਲਈਆਂ ਨਾ। ਸਾਡੇ ਤੋਂ ਕੋਈ ਪੁੱਛੇ ਵੀ ਤੁਹਾਡੀ ਸਮਾਜ ਨੂੰ ਕੀ ਦੇਣ ਹੈ, ਸਮਾਜ ਨੂੰ ਕੀ ਦੇਣ ਹੈ, ਤਾਂ ਦੇਣ ਤੇ ਕੁਛ ਵੀ ਨਹੀਂ। ਦੇਣ ਤੇ ਸਾਡੀ ਇਹ ਨਾ ਜਾਤੀਵਾਦ, ਦੇਣ ਤੇ ਚੁਗਲੀ ਨਿੰਦਾ, ਦਾਜ ਦਹੇਜ, ਜਿੰਨੇ ਵੀ ਆ ਕਰਮ ਕਾਂਡ ਨੇ ਸਾਡੀ ਦੇਣ ਹੈ। ਤਾਂ ਉਹਨਾਂ ਲੋਕਾਂ ਦੇ ਅੰਦਰੋਂ ਚਸਕੇ ਮੁੱਕ ਜਾਂਦੇ ਨੇ, ਉਹ ਚਸਕਿਆਂ ਵਾਸਤੇ ਨਹੀਂ ਜੀਂਦੇ, ਉਹ ਸਿਰਫ ਜੀਣ ਵਾਸਤੇ ਖਾਂਦੇ। ਉਹਨਾਂ ਦਾ ਆਧਾਰ ਸੱਚ ਹੁੰਦਾ ਹੈ, ਲੋਭ। ਹੁਣ ਕਈ ਵਾਰ ਨਾ ਕੋਈ ਕੰਮ ਬੰਦਾ ਕਰੇ ਤੇ ਲੋਕ ਕਹਿ ਦਿੰਦੇ ਨੇ ਫਲਾਣਾ ਬੰਦਾ ਬੜਾ ਲੋਭੀ ਹੈ, ਫਲਾਂ ਬੰਦਾ ਮਿਸਤਰੀ ਉਹ ਜ਼ਿਆਦਾ ਪੈਸੇ ਮੰਗਦਾ ਜਾਂ ਕੁਛ, ਲੋਭੀ ਹੈ। ਦੇਖੋ ਕਿਰਤ ਕਰਨਾ ਕਦੇ ਵੀ ਲੋਭ ਨਹੀਂ ਹੁੰਦਾ। ਕਈ ਕਹਿੰਦੇ ਨੇ ਉਹ ਤੇ ਓਵਰ ਟਾਈਮ ਲਾਉਂਦਾ ਹੈ, ਉਹ ਤੇ ਸੈਚਰਡੇ ਸੰਡੇ ਵੀ ਛੁੱਟੀ ਨਹੀਂ ਕਰਦਾ, ਲੋਭੀ। ਲੋਭੀ ਨਹੀਂ ਹੈ, ਉਹਦੀਆਂ ਜ਼ਰੂਰਤਾਂ ਨੇ। ਜੇ ਬੰਦਾ ਕੋਈ 12 ਘੰਟੇ ਕੰਮ ਕਰਦਾ ਹੈ, ਡੇਲੀ ਓਵਰ ਟਾਈਮ ਲਗਾਉਂਦਾ ਹੈ, ਤਾਂ ਉਹ ਲੋਭੀ ਨਹੀਂ ਹੈ, ਉਹਦਾ ਸਰੀਰ ਮੰਨਦਾ ਹੈ, ਉਹਨੂੰ ਜ਼ਰੂਰਤ ਹੈ ਤਾਂ ਉਹ ਲਗਾਏ। ਕਿਰਤ ਕਰਨਾ ਲੋਭ ਥੋੜਾ। ਲੋਭ ਹੈ 2 ਨੰਬਰ ਦੇ ਧੰਦੇ ਕਰਨੇ, ਓਵਰ ਟਾਈਮ ਦੇ ਪੈਸੇ ਲੈ ਲੈਣੇ ਪਰ ਕੰਮ ਨਾ ਕਰਨਾ, ਉਹਨੂੰ ਲੋਭ ਕਹਿੰਦੇ ਨੇ। ਨਜਾਇਜ਼ ਢੰਗਾਂ ਦੇ ਨਾਲ ਕੋਈ ਚੀਜ਼ ਪ੍ਰਾਪਤ ਕਰਨ ਦਾ ਨਾਮ ਲੋਭ ਹੈ। ਅਪ੍ਰਾਪਤ ਵਸਤੂ ਨੂੰ ਨਾਜਾਇਜ਼ ਢੰਗਾਂ ਦੇ ਨਾਲ ਪ੍ਰਾਪਤ ਕਰਨ ਦਾ ਨਾਮ ਲੋਭ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਚੰਗਾ ਲੱਗਿਆ, ਉਹਨਾਂ ਦੀ ਜ਼ਿੰਦਗੀ ਤੋਂ ਇੱਕ ਤਾਂ ਚਸਕੇ ਮੁੱਕੇ, ਇੱਕ ਉਹਨਾਂ ਨੇ ਲੋਭ ਦਾ ਤਿਆਗ ਕਰ ਦਿੱਤਾ, ਉਹ ਨਜਾਇਜ਼ ਕੰਮ ਨਹੀਂ ਕਰਦੇ, 2 ਨੰਬਰ ਦਾ ਧੰਦਾ ਨਹੀਂ ਕਰਦੇ। ਅਹੰਕਾਰ ਚੁੱਕਾ, ਉਹਨਾਂ ਦੀ ਜ਼ਿੰਦਗੀ ਚੋਂ ਈਗੋ ਖਤਮ ਹੋ ਜਾਂਦੀ ਹੈ। ਨਾ ਤਾਂ ਉਹ ਇਨਫੀਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੁੰਦੇ ਨੇ, ਨਾ ਉਹ ਸੁਪਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੁੰਦੇ ਨੇ। ਉਹਨਾਂ ਨੇ ਹੰਕਾਰ ਛੱਡ ਦਿੱਤਾ। ਹੁਣ ਦੇਖੋ ਅਹੰਕਾਰ ਛੱਡ ਦਿੱਤਾ, ਇਹਦਾ ਮਤਲਬ ਜੇ ਅਸੀਂ ਆਪਣੇ ਜੀਵਨ ਨੂੰ ਪਰਖਣਾ ਹੋਵੇ ਨਾ ਕਿ ਕਿਤੇ ਮੈਂ ਹੰਕਾਰੀ ਤਾਂ ਨਹੀਂ, ਕਿਤੇ ਮੈਂ ਹੰਕਾਰੀ ਤਾਂ ਨਹੀਂ, ਤਾਂ ਮੈਨੂੰ ਪਰਖਣ ਵਾਸਤੇ ਇੱਕੋ ਹੀ ਚੀਜ਼ ਹੈ ਕਿ ਕੀ ਮੇਰੀ ਜ਼ਿੰਦਗੀ ਗੁਰਬਾਣੀ ਮੁਤਾਬਕ ਹੈ। ਜੇ ਤਾਂ ਮੈਂ ਗੁਰੂ ਦੇ ਬਚਨਾਂ ਨੂੰ ਮੰਨਦਾ, ਸੱਚ ਬੋਲਦਾ, ਤਾਂ ਮੈਂ ਹੰਕਾਰੀ ਨਹੀਂ ਹਾਂ, ਕਿਉਂਕਿ ਮੈਂ ਗੁਰੂ ਦੇ ਬਚਨਾਂ ਤੇ ਅਮਲ ਕਰ ਰਿਹਾ। ਗੁਰੂ ਜੀ ਕਹਿੰਦੇ ਨੇ ਵੀ ਸ਼ਰਾਬ ਜਾਂ ਝੂਠੇ ਨਸ਼ੇ ਨਾ ਪੀਓ, ਤੇ ਮੈਂ ਨਹੀਂ ਪੀ ਰਿਹਾ, ਤੇ ਮੈਂ ਹੰਕਾਰੀ ਨਹੀਂ ਹਾਂ, ਕਿਉਂਕਿ ਮੈਂ ਗੁਰੂ ਦੇ ਬਚਨਾਂ ਨੂੰ ਮੰਨ ਲਿਆ ਨਾ। ਹੰਕਾਰ ਦਾ ਮਤਲਬ ਇਹ ਹੁੰਦਾ ਹੈ ਕਿ ਆਪਣੇ ਤੋਂ ਕਿਸੇ ਵੱਡੇ ਦੀ ਗੱਲ ਨਾ ਮੰਨਣੀ, ਯੋਗ ਜਿਹੜੀ ਗੱਲ ਹੈ ਉਹ। ਤੇ ਜੇ ਮੈਂ ਸ਼ਰਾਬ ਪੀਂਦਾ ਹਾਂ, ਮੜੀਆਂ ਕਬਰਾਂ ਤੇ ਮੱਥੇ ਟੇਕਦਾ ਹਾਂ, ਦਾਜ ਦਹੇਜ ਦੀ ਮੰਗ ਕਰਦਾ ਹਾਂ, ਜਾਤੀਵਾਦ ਨੂੰ ਮੰਨਦਾ ਹਾਂ, ਜਾਂ ਕਰਮ ਕਾਂਡ ਜਿੰਨੇ ਵੀ ਅਸੀਂ ਰੋਜ਼ ਗਿਣਦੇ ਹਾਂ, ਜੇ ਮੈਂ ਉਹ ਕਰਮ ਕਰਦਾ ਹਾਂ ਜਿਨ੍ਹਾਂ ਤੋਂ ਗੁਰੂ ਜੀ ਵਰਜ ਰਹੇ ਨੇ, ਤਾਂ ਇਹਦਾ ਮਤਲਬ ਮੈਂ ਹੰਕਾਰੀ ਹਾਂ, ਕਿਉਂਕਿ ਮੈਂ ਗੁਰੂ ਦੀ ਗੱਲ ਮੰਨ ਹੀ ਨਹੀਂ ਰਿਹਾ। ਕੋਈ ਹੈ ਨਾ ਸੌਖਾ ਜਿਹਾ ਸਾਧਨ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਚੋਂ ਅਹੰਕਾਰ ਖਤਮ ਹੋ ਜਾਂਦਾ ਹੈ। ਉਹ ਕਿਸੇ ਨੂੰ ਨੀਵਾਂ ਨਹੀਂ ਵਿਖਾਉਂਦੇ, ਉਹ ਹੰਕਾਰ ਦੇ ਨਾਲ ਫੂੰ ਫੂੰ ਕਰਕੇ ਗੱਲਾਂ ਨਹੀਂ ਕਰਦੇ, ਉਹ ਦੂਜਿਆਂ ਨੂੰ ਮਾਣ ਆਦਰ ਸਤਿਕਾਰ ਦਿੰਦੇ ਨੇ, ਜਿਨ੍ਹਾਂ ਨੂੰ ਗੁਰੂ ਚੰਗਾ ਲੱਗਦਾ ਹੈ। ਉਹਨਾਂ ਨੂੰ ਫਿਰ ਆਤਮਿਕ ਜੀਵਨ ਮਿਲਦਾ ਹੈ, ਇਹ ਹੈ ਅੰਮ੍ਰਿਤ। ਸੋ ਅੰਮ੍ਰਿਤ ਗੁਰ ਤੇ ਪਾਇਆ, ਇਹ ਦਾਤ ਗੁਰੂ ਤੋਂ ਮਿਲਣੀ ਹੈ। ਕਹਿ ਨਾਨਕ ਜਿਸ ਨੂੰ ਆਪ ਤੁਠਾ, ਤੁਠਾ ਦਾ ਮਤਲਬ ਕਿਰਪਾ ਕੀਤੀ, ਤੁਠਿਆ।
ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਉਸ ਬੰਦੇ ਨੇ, ਦੇਖੋ ਇੱਥੇ ਜਿਸ ਤੇ ਨੰਨੇ ਥੱਲੇ ਔਂਕੜ ਆਉਣਾ ਚਾਹੀਦਾ ਸੀ ਪਰ ਨਹੀਂ ਆਇਆ, ਕਿਉਂਕਿ 9 ਸ਼ਬਦ ਜਿਹੜਾ ਹੈ ਨਾ ਸੰਬੰਧ ਕੀ, ਇਹਦੇ ਕਰਕੇ ਜਿਸ ਦਾ ਔਂਕੜ ਉੱਡ ਗਿਆ। ਤੇ ਤਿੰਨ ਅੰਮ੍ਰਿਤ ਗੁਰ ਤੇ ਪਾਇਆ, ਇੱਥੇ ਤਿਸ ਨਹੀਂ ਆਇਆ, ਇੱਥੇ ਤਿੰਨ ਆਇਆ। ਜਦੋਂ ਜਿਨ ਔਰ ਤਿੰਨ ਦੇ ਨੰਨੇ ਨਾਲ ਸਿਹਾਰੀ ਹੋਵੇ ਉਦੋਂ ਇਹ ਇਕਵਚਨੀ ਸ਼ਬਦ ਹੁੰਦਾ ਹੈ, ਸਿੰਗੂਲਰ। ਇਸ ਕਰਕੇ ਤਿੰਨ ਦਾ ਮਤਲਬ ਇੱਥੇ ਉਹਨਾਂ ਨੇ ਨਹੀਂ, ਇੱਥੇ ਮਤਲਬ ਹੋਏਗਾ ਉਸ ਨੇ। ਉਸ ਬੰਦੇ ਨੇ ਗੁਰੂ ਤੋਂ ਆਤਮਿਕ ਜੀਵਨ ਪਾ ਲਿਆ, ਜਿਨ੍ਹਾਂ ਤੇ, ਜਿਸ ਤੇ ਰੱਬ ਨੇ ਰਹਿਮਤ ਕੀਤੀ, ਉਹਨੇ ਗੁਰੂ ਤੋਂ ਇਹ ਅੰਮ੍ਰਿਤ ਪਾ ਲਿਆ। ਹੁਣ ਦੇਖੋ, ਰੱਬ ਦੀ ਰਹਿਮਤ ਨੂੰ ਅਸੀਂ ਯੂਜ਼ ਕਰਨਾ ਹੈ। ਰਹਿਮਤ ਜਿਹੜੀ ਹੈ, ਕਿਰਪਾ ਹੈ, ਚਾਰ ਚੁਫੇਰੇ ਬਰਸ ਰਹੀ ਹੈ। ਆ ਧਰਤੀ ਪੈਦਾ ਕੀਤੀ ਰੱਬ ਨੇ, ਕਿਰਪਾ ਹੀ ਕੀਤੀ ਹੈ ਨਾ, ਇੱਕ ਉਹਨੇ ਕਹਿਰ ਥੋੜੀ ਕੀਤਾ ਧਰਤੀ ਪੈਦਾ ਕਰਕੇ। ਸੂਰਜ, ਚੰਦਰਮਾ, ਗ੍ਰਹਿ, ਨਕਸ਼ਤਰ, ਤਾਰੇ, ਖੰਡ ਮੰਡਲ, ਬ੍ਰਹਿਮੰਡ, ਆਕਾਸ਼ ਗੰਗਾਵਾਂ, ਅਨੇਕਾਂ ਕਿਸਮ ਦਾ ਫਲ, ਅਨੇਕਾਂ ਕਿਸਮ ਦੇ ਫੁੱਲ, ਅਨੇਕਾਂ ਕਿਸਮ ਦੇ ਅਨਾਜ, ਸੋਨੇ ਚਾਂਦੀ ਦੀਆਂ ਖਾਨਾਂ, ਸਾਰਾ ਬ੍ਰਹਿਮੰਡ ਰੱਬ ਦੀ ਕਿਰਪਾ ਹੀ ਤੇ ਹੈ। ਸਾਨੂੰ ਭੈਣ ਭਰਾ, ਧੀਆਂ ਪੁੱਤਰ, ਮਾਂ ਬਾਪ ਮਿਲੇ ਨੇ, ਸਾਨੂੰ ਆ ਮਨੁੱਖਾ ਸਰੀਰ ਮਿਲਿਆ ਹੈ, ਰੱਬ ਦੀ ਕਿਰਪਾ ਹੀ ਤੇ ਹੈ। ਅੱਖਾਂ ਮਿਲੀਆਂ ਨੇ, ਕੰਨ ਮਿਲੇ ਨੇ, ਨੱਕ ਮਿਲਿਆ ਹੈ, ਦਿਮਾਗ ਮਿਲਿਆ ਹੈ, ਰੱਬ ਦੀ ਕਿਰਪਾ ਹੀ ਤੇ ਹੈ। ਸਾਡੇ ਅੰਦਰ ਸ਼ੁਭ ਗੁਣ ਰੱਬ ਨੇ ਰੱਖੇ ਨੇ, ਕਿਰਪਾ ਹੀ ਤੇ ਹੈ। ਪਰ ਜੇ ਹੁਣ ਅਸੀਂ ਉਸ ਕਿਰਪਾ ਨੂੰ ਯੂਜ਼ ਨਾ ਕਰੀਏ, ਉਹਨੂੰ ਵਰਤੋਂ ਵਿੱਚ ਨਾ ਲਿਆਈਏ, ਤਾਂ ਇਹਦੇ ਵਿੱਚ ਤਾਂ ਹੁਣ ਰੱਬ ਦਾ ਦੋਸ਼ ਨਹੀਂ ਨਾ ਹੈ, ਇਹਦੇ ਵਿੱਚ ਤੇ ਗੁਰੂ ਦਾ ਦੋਸ਼ ਨਹੀਂ ਹੈ ਨਾ ਹੈ। ਦੇਖੋ, ਬੜਾ ਪਿਆਰਾ ਬਚਨ ਭਗਤ ਕਬੀਰ ਜੀ ਨੇ ਕਿਹਾ ਹੈ, ਕਬੀਰ ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਕਿ ਮਾਰਗ ਦੇ ਅੰਦਰ, ਰਾਸਤੇ ਦੇ ਅੰਦਰ ਮੋਤੀ ਖਿਲ ਰਹੇ ਪਏ ਨੇ, ਤੇ ਇੱਕ ਅੰਨਾ ਬੰਦਾ ਉਥੋਂ ਦੀ ਲੰਘ ਗਿਆ ਤੇ ਉਹਨੂੰ ਮੋਤੀ ਦਿਸੇ ਹੀ ਨਹੀਂ। ਕਿਉਂਕਿ ਜਗਦੀਸ਼, ਹੁਣ ਮੋਤੀ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਜਜ਼ਬੇ ਸਾਡੇ ਜੀਵਨ ਦੇ ਰਾਸਤੇ ਵਿੱਚ ਖਿਲ ਰਹੇ ਪਏ ਨੇ ਨਾ। ਇਹ ਥੋੜੀ ਕਿ ਰੱਬ ਨੇ ਬੁਚਕੀ ਬੰਨ ਕੇ ਇੱਕ ਜਗ੍ਹਾ ਰੱਖੇ ਨੇ, ਟਰੰਕ ਵਿੱਚ ਪਾ ਕੇ, ਸਾਰੇ ਜਗਤ ਵਿੱਚ ਖਿਲ ਰਹੇ ਪਏ ਨੇ। ਪਰ ਬੰਦਾ ਅਗਿਆਨ ਕਰਕੇ ਅੰਨਾ ਤੁਰਿਆ ਫਿਰਦਾ। ਜੋਤ ਬਿਨਾ ਜਗਦੀਸ਼ ਕੀ, ਜੋ ਜੋਤ ਦਾ ਮਤਲਬ ਰੱਬ ਦੇ ਗਿਆਨ ਤੋਂ ਬਿਨਾ ਜਗਤ ਉਲੰਘੇ ਜਾਏ। ਇਹ ਜਗਤ ਜਿਹੜਾ ਹੈ ਉਹਨਾਂ ਹੀਰੇ ਮੋਤੀਆਂ ਦੇ ਉੱਤੋਂ ਲੰਘ ਜਾਂਦਾ, ਚੁੱਕਦਾ ਹੀ ਨਹੀਂ, ਇਹਨੂੰ ਦਿਸਦੇ ਹੀ ਨਹੀਂ। ਜੋਤ ਦਾ ਮਤਲਬ ਹੈ ਯੂਨੀਵਰਸਲ ਟਰੁਥ, ਗਿਆਨ, ਯਥਾਰਥ ਗਿਆਨ, ਕਾਮਨ ਸੈਂਸ, ਵਿਵੇਕ ਬੁੱਧ। ਹੁਣ ਇਸ ਵਿਵੇਕ ਬੁੱਧ ਤੋਂ ਬਿਨਾ, ਗਿਆਨ ਤੋਂ ਬਿਨਾ ਬੰਦਾ ਕਾਮ ਕ੍ਰੋਧ ਇਕੱਠੇ ਕਰੀ ਫਿਰਦਾ ਹੈ, ਲੱਭ ਲੋਭ ਇਕੱਠੇ ਕਰੀ ਫਿਰਦਾ ਹੈ। ਆ ਜੋਤ ਕੁੰਭ ਨਾਰੀਅਲ ਦੇ ਪਿੱਛੇ ਲੋਕ ਹੱਥ ਧੋ ਕੇ ਪੈ ਧੂਫਾਂ ਚੁੱਕੀ ਫਿਰਦੇ ਨੇ, ਲੇਕਿਨ ਸੱਚ ਤੋਂ, ਪ੍ਰੇਮ ਤੋਂ ਵਾਂਝੇ ਨੇ, ਪ੍ਰੇਮ ਤੋਂ ਵਾਂਝੇ ਨੇ, ਸੱਚ ਤੋਂ ਵਾਂਝੇ ਨੇ, ਇਨਸਾਨੀਅਤ ਤੋਂ ਬੰਦਾ ਉੱਚੇ ਸੁੱਚੇ ਕਰੈਕਟਰ ਤੋਂ ਵਾਂਝਾ ਹੈ। ਧੂਫਾਂ ਦਿਖਾ ਰਿਹਾ ਹੈ ਲੇਕਿਨ ਕਰੈਕਟਰਲੈਸ ਹੈ, ਫੁੱਲ ਤੋੜ ਕੇ ਚੜਾ ਰਿਹਾ ਹੈ ਲੇਕਿਨ ਲੋਕਾਂ ਦੇ ਹੱਕ ਵੀ ਖਾਈ ਜਾਂਦਾ। ਤਾਂ ਜੋ ਯੂਨੀਵਰਸਲ ਟਰੁਥ ਹੈ, ਯਥਾਰਥ ਗਿਆਨ ਹੈ, ਉਹਦੇ ਤੋਂ ਬਿਨਾ ਬੰਦਾ ਇਹਨਾਂ ਚੀਜ਼ਾਂ ਤੋਂ ਵਾਂਝਾ ਰਹਿ ਜਾਂਦਾ ਹੈ। ਦੇਖੋ ਕਿੰਨਾ ਸੌਖਾ ਕੰਮ ਹੈ ਨਾ ਮੇਰੀਆਂ ਭੈਣਾਂ ਵੀਰ, ਤੁਸੀਂ ਸਾਰੇ ਸਮਝ ਰਹੇ ਹੋ ਇਸ ਚੀਜ਼ ਨੂੰ, ਕਿ ਜੇ ਅਸੀਂ ਆਪਣੇ ਘਰ ਪਰਿਵਾਰ ਦੇ ਵਿੱਚ, ਜਿੰਨੇ ਵੀ ਅਸੀਂ 2 4 5 ਮੈਂਬਰ ਆ ਪਰਿਵਾਰਾਂ ਵਿੱਚ, ਜੇ ਸਾਰੇ ਸੱਚ ਨੂੰ ਅਪਣਾਈਏ, ਦਇਆ ਨੂੰ ਅਪਣਾਈਏ, ਪ੍ਰੇਮ ਨੂੰ ਅਪਣਾਈਏ ਤੇ ਕਿੰਨਾ ਸੋਹਣਾ ਹੈ। ਪਰ ਜੋਤ ਬਿਨਾ ਜਗਦੀਸ਼ ਕੀ, ਕਾਮਨ ਸੈਂਸ ਤੋਂ ਬਿਨਾ ਲੜਾਈ, ਦੰਗੇ, ਫਸਾਦ, ਇੱਕ ਦੂਜੇ ਦੀਆਂ ਲਿੰਬਾਂ ਫੜ ਰਹੇ, ਕਸੁੰਨ ਮੁਕਤੀ ਹੋ ਰਿਹਾ। ਅਗਲੀ ਪੌੜੀ ਵਿੱਚ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਭਗਤਾਂ ਕੀ ਚਾਲ ਨਿਰਾਲੀ। ਜਿਹੜੇ ਭਗਤ ਨੇ, ਹੁਣ ਭਗਤ ਕੌਣ ਨੇ? ਜਿਨ੍ਹਾਂ ਨੇ ਗੁਰੂ ਤੋਂ ਅੰਮ੍ਰਿਤ ਪਾ ਲਿਆ। ਭਗਤ ਕੌਣ ਨੇ? ਜੋ ਹੁਕਮ ਰਜ਼ਾਈ ਚੱਲਣਾ, ਜੋ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ। ਭਗਤ ਕੌਣ ਨੇ? ਜੋ ਰੱਬੀ ਗੁਣਾਂ ਦੀ ਵਰਤੋਂ ਕਰਦੇ ਨੇ। ਭਗਤੀ ਕੀ ਹੈ ਜੀ? ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਦੇ ਧਾਰਨੀ ਹੋਣਾ ਰੱਬ ਦੀ ਭਗਤੀ ਹੈ। ਤੇ ਭਗਤ ਕੌਣ ਹੈ? ਜਿਹੜਾ ਰੱਬ ਦੇ ਗੁਣਾਂ ਦੀ ਵਰਤੋਂ ਕਰਦਾ ਹੈ।
गुण निधान भगतन को बर्तन। रब की है गुण निधान, गुणा दा खजाना। ते भगत कौन है? ਜਿਹੜਾ ਉਸ ਖਜ਼ਾਨੇ ਨੂੰ ਵਰਤਦਾ ਹੈ। ਪਰ ਸਾਡੇ ਦਿਮਾਗ ਦੇ ਅੰਦਰ ਇਹ ਚੀਜ਼ ਬਿਠਾ ਦਿੱਤੀ ਗਈ ਹੈ, ਜਦੋਂ ਸਾਨੂੰ ਸਕੂਲੇ ਪੜਾਇਆ ਜਾਂਦਾ ਨਾ ਪੱਬਾ ਭਗਤ, ਤੇ ਉਦੋਂ ਹੀ ਭਗਤ ਦੀ ਇਹੋ ਜਿਹੀ ਫੋਟੋ ਬਣਾਈ ਹੁੰਦੀ ਹੈ, ਲੱਕ ਟੇਢਾ ਹੋਇਆ ਹੁੰਦਾ ਹੈ, ਸਿਰ ਉਹਨੇ ਸੁੱਟਿਆ ਹੁੰਦਾ ਹੈ, ਗਲ ਵਿੱਚ 2-3 ਮਾਲਾ ਪਾਈਆਂ ਨੇ, ਔਰ ਮਾਲਾ ਫੇਰੀ ਜਾ ਰਿਹਾ ਹੱਥਾਂ ਦੇ। ਸਾਡੇ ਦਿਮਾਗ ਵਿੱਚ ਸਾਈਕੋਲੋਜੀਕਲ ਇਫੈਕਟ ਕੀ ਭਗਤ ਇਹੋ ਜਿਹੇ ਹੁੰਦੇ ਨੇ। ਜੇ ਹੁਣ ਅਵੀਰ ਜੀ ਗੁਰਚਰਨ ਸਿੰਘ ਜੀ ਢੇਸੀ ਬੈਠੇ ਨੇ, ਮੈਂ ਇਹਨਾਂ ਨੂੰ ਕਹਿ ਦਿਆਂ ਭਗਤ, ਤੇ ਲੋਕਾਂ ਨੇ ਹੱਸਣਾ ਵੀ ਇਹ ਭਗਤ, ਇਹਦਾ ਤੇ ਵੀ ਇਹਦੇ ਗਲ ਤੇ ਮਾਲਾ ਹੈ ਨਹੀਂ, ਇਹ ਤੇ ਪੈਂਟ ਸ਼ਰਟ ਨੇ ਪਾਈ ਹੈ। ਤਾਂ ਸਾਡੇ ਦਿਮਾਗ ਵਿੱਚ ਬੈਠਾ ਹੋਇਆ ਹੈ ਉਹ ਭਗਤ। ਇਹ ਸਾਈਕੋਲੋਜੀਕਲ ਇਫੈਕਟ ਹੈ। ਬਹਿਸੇ ਭਗਤ ਹਿੰਦੀ ਵਿੱਚ ਭਗਤ। ਫਿਰ ਹੁਣ ਭਗਤ ਦੀ ਜੋ ਡੈਫੀਨੇਸ਼ਨ ਹੈ ਉਹ ਅਸੀਂ ਬਾਹਰੋਂ ਲੈ ਰਹੇ ਹਾਂ। ਪ੍ਰੋਬਲਮ ਇਹ ਆ ਰਹੀ, ਭਗਤ ਦਾ ਮਤਲਬ ਮਾਲਾ ਫੇਰਨਾ ਨਹੀਂ, ਭਗਤ ਦਾ ਮਤਲਬ ਸੰਸਾਰ ਨੂੰ ਛੱਡ ਜਾਣਾ ਨਹੀਂ, ਤਿਆਗ ਕਰਨਾ ਨਹੀਂ। ਭਗਤ ਦਾ ਮਤਲਬ ਹੈ ਰੱਬੀ ਗੁਣਾਂ ਦੀ ਵਰਤੋਂ ਕਰਨੀ। ਤੇ ਜਿਹੜੇ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ ਉਹ ਭਗਤ ਨੇ, ਤੇ ਉਹਨਾਂ ਦੀ ਚਾਲ ਨਿਰਾਲੀ ਹੈ। ਚਾਲ ਦਾ ਮਤਲਬ ਇਹ ਨਹੀਂ ਕਿ ਪੈਰਾਂ ਨਾਲੋਂ ਲੈਫਟ ਰਾਈਟ ਕਰਕੇ ਤੁਰਦੇ ਨੇ। ਚਾਲ ਦਾ ਮਤਲਬ ਜੀਵਨ ਦੀ ਜੁਗਤ, ਜੀਵਨ ਦਾ ਢੰਗ। ਉਹਨਾਂ ਦੇ ਬੋਲ ਨਿਰਾਲੇ ਨੇ ਦੁਨੀਆ ਨਾਲੋਂ, ਉਹਨਾਂ ਦੀ ਸਰੋਤ ਨਿਰਾਲੀ ਹੈ ਦੁਨੀਆ ਨਾਲੋਂ, ਉਹਨਾਂ ਦੇ ਹੱਥਾਂ ਦੇ ਕਰਮ ਨਿਰਾਲੇ ਨੇ, ਉਹਨਾਂ ਦੇ ਜੀਵਨ ਦਾ ਰਾਸਤਾ ਬਹੁਤ ਸੁੰਦਰ ਹੈ, ਉਹਨਾਂ ਦੀ ਜੀਵਨ ਦਾ ਢੰਗ ਨਿਰਾਲਾ ਹੈ। ਤੇ ਉਹਨਾਂ ਦੀ ਜਿਹੜੀ ਜੀਵਨ ਦੀ ਚਾਲ ਹੈ ਉਹ ਕਿਹੜੀ ਹੈ? ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਬਿਖਮ ਦਾ ਮਤਲਬ ਔਖਾ, ਮਾਰਗ ਦੇ ਗੱਗੇ ਨਾਲ ਸਿਹਾਰੀ ਹੈ, ਮਾਰਗ ਤੇ ਰਾਹਾਂ ਤੇ। ਜਿਹੜੇ ਰੱਬ ਦੇ ਪਿਆਰੇ ਨੇ, ਇਹ ਪੱਕੀ ਗੱਲ ਹੈ ਕਿ ਉਹਨਾਂ ਦੀ ਜੀਵਨ ਜੁਗਤੀ ਹੋਰਨਾਂ ਨਾਲੋਂ ਵੱਖਰੀ ਹੁੰਦੀ ਹੈ। ਨਿਰਾਲੀ ਦਾ ਮਤਲਬ ਜੀਵਨ ਦਾ ਢੰਗ ਵੱਖਰਾ ਹੁੰਦਾ ਹੈ। ਬਿਖਮ ਮਾਰਗ ਚੱਲਣਾ, ਉਹ ਉਹਨਾਂ ਰਾਹਾਂ ਤੇ ਤੁਰਦੇ ਨੇ ਜਿਨ੍ਹਾਂ ਨੂੰ ਸੰਸਾਰ ਔਖਾ ਸਮਝਦਾ ਹੈ। ਜਿਨ੍ਹਾਂ ਨੂੰ ਸੰਸਾਰ ਔਖਾ ਸਮਝਦਾ ਹੈ ਉਹਨਾਂ ਰਾਹਾਂ ਤੇ ਤੁਰਦੇ ਨੇ। ਦੇਖੋ, ਸਾਨੂੰ ਗੁਰਦੁਆਰੇ ਸਾਹਿਬ, ਮੰਦਿਰ ਮਸੀਤ ਵਿੱਚ ਜਾਂ ਹੋਰ ਆਪਣੇ ਘਰ ਦੇ ਅੰਦਰ ਲੰਗਰ ਪ੍ਰਸ਼ਾਦਾ ਪਕਾ ਕੇ ਭੋਗ ਲਵਾਉਣਾ ਬੜਾ ਸੌਖਾ ਲੱਗਦਾ। ਰੱਬ ਨੂੰ ਭੋਗ ਲਵਾ ਦਿਓ, ਬੜਾ ਸੌਖਾ ਲੱਗਦਾ। ਪਰ ਜਿਹੜੇ ਆਪਣੇ ਭਰਾ ਦੇ ਅਸੀਂ ਹੱਕ ਖਾ ਰਹੇ ਹਾਂ, ਪ੍ਰੋਪਰਟੀ ਦੱਬੀ, ਉਹਦੀ ਪ੍ਰੋਪਰਟੀ ਛੱਡਣੀ ਬੜੀ ਔਖੀ ਲੱਗਦੀ। ਬੇਗਾਨੇ ਹੱਕ ਬੰਦਾ ਖਾਂਦਾ, ਰੱਬ ਦਾ ਪਿਆਰਾ ਕਿਸੇ ਦਾ ਹੱਕ ਨਹੀਂ ਖਾਂਦਾ। ਅਸੀਂ ਤੀਰਥਾਂ ਤੇ ਨਹਾ ਆਉਂਦੇ ਹਾਂ, ਲੇਕਿਨ ਅੰਦਰ ਅਸੀਂ ਝੂਠੇ ਹਾਂ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਪਾ ਲੱਥੀ ਨਾਤਿਆਂ, ਦੋਏ ਪਾ ਚੜੀ ਅਸੂਰ। ਬਾਹਰ ਧੋਤੀ ਤੂੰਬੜੀ, ਅੰਦਰ ਵਿਸ਼ ਨਿਕੋਰ। ਸਾਧ ਭਲਿਆ ਨਾਤਿਆਂ, ਚੋਰ ਸੇ ਚੋਰਾ ਚੋਰ। ਜਿਹੜੇ ਆਮ ਦੁਨਿਆਵੀ ਲੋਕ ਨੇ ਤੀਰਥਾਂ ਤੇ ਨਹਾ ਆਉਂਦੇ ਨੇ, ਟਾਈਮ ਆਪਣਾ ਦੇਣਗੇ, ਪੈਸੇ ਖਰਚ ਕਰਨਗੇ, ਲੇਕਿਨ ਸੱਚ ਦੇ ਰਾਹ ਤੇ ਨਹੀਂ ਤੁਰਨਗੇ। ਜੇ ਉਹਨਾਂ ਨੂੰ ਥੋੜੀ ਜਿਹੀ ਕੁਰਬਾਨੀ ਕਰਨੀ ਪਵੇ ਤਾਂ ਨਹੀਂ ਕਰਨਗੇ, ਤਿਆਗ ਨਹੀਂ ਕਰਨਗੇ। ਪਰ ਰੱਬ ਦੇ ਜਿਹੜੇ ਪਿਆਰੇ ਨੇ ਤੀਰਥਾਂ ਤੇ ਨਹੀਂ ਜਾਂਦੇ, ਲੇਕਿਨ ਸੱਚ ਵਾਸਤੇ ਕੁਰਬਾਨ ਹੋ ਜਾਂਦੇ। ਸੱਚ ਵਾਸਤੇ ਕੁਰਬਾਨ ਹੋ ਜਾਂਦੇ, ਸੱਚ ਵਾਸਤੇ ਕੁਰਬਾਨ ਹੋ ਜਾਂਦੇ ਨੇ। ਹੁਣ ਭਗਤ ਕਬੀਰ ਜੀ ਨੇ, ਨਾ ਉਹ ਵਰਤ ਰੱਖਦੇ ਨੇ, ਨਾ ਉਹ ਰੋਜ਼ੇ ਰੱਖਦੇ ਨੇ, ਨਾ ਉਹ ਮੱਕੇ ਕਾਬੇ ਜਾਂਦੇ ਨੇ, ਨਾ ਦੂਜੇ ਤੀਰਥਾਂ ਤੇ ਜਾਂਦੇ ਨੇ, ਲੇਕਿਨ ਸੱਚ ਬੋਲ ਰਹੇ ਨੇ। ਜੋ ਤੂੰ ਬ੍ਰਹਮਣ ਬ੍ਰਹਮਣੀ ਜਾਇਆ, ਤੁਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬਾਮਨ ਹਮ ਕਤ ਸੂਰ, ਹਮ ਕਤ ਲੋਹੂ ਤੁਮ ਕਤ ਦੂਤ। ਯਾਨੀ ਸੱਚ ਬੋਲ ਰਹੇ ਨੇ, ਸੱਚ ਵਾਸਤੇ ਕੁਰਬਾਨ ਹੋ ਰਹੇ। ਭਗਤ ਰਵਿਦਾਸ ਜੀ ਨੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਤੱਤੀ ਤਵੀ ਤੇ ਬੈਠ ਰਹੇ ਨੇ। 6ਵੇਂ ਪਾਤਸ਼ਾਹ ਮਨੁੱਖੀ ਹੱਕਾਂ ਵਾਸਤੇ ਜੰਗ ਲੜ ਰਹੇ ਨੇ। 10ਵੇਂ ਪਾਤਸ਼ਾਹ ਆਪਣੇ ਪਿਤਾ ਨੂੰ, ਬੱਚਿਆਂ ਨੂੰ, ਮਾਤਾ ਨੂੰ ਕੁਰਬਾਨ ਕਰਾ ਰਹੇ ਨੇ। ਲੇਕਿਨ ਉਹ ਇਹ ਨਹੀਂ ਕਿ ਗੰਗਾ ਤੇ ਨਹਾਣ ਗਏ ਸੀ। ਉਹ ਕੰਮ ਸੌਖੇ ਨੇ। ਭਗਤਾਂ ਦੀ ਜਿਹੜੀ ਚਾਲ ਹੈ ਉਹ ਵੱਖਰੀ ਹੈ ਲੋਕਾਂ ਦੇ ਨਾਲੋਂ। ਸੋਚ ਵੱਖਰੀ ਹੈ, ਢੰਗ ਵੱਖਰਾ ਹੈ, ਜੀਵਨ ਦਾ ਢੰਗ ਵੱਖਰਾ ਹੈ। ਉਹਨਾਂ ਰਾਹਾਂ ਤੇ ਤੁਰਦੇ ਨੇ ਜਿਨ੍ਹਾਂ ਨੂੰ ਸੰਸਾਰ ਔਖਾ ਸਮਝਦਾ ਹੈ। ਸੱਚ ਬੋਲਣਾ ਔਖਾ ਸਮਝਦੇ ਨਾ ਅਸੀਂ। ਦਇਆ ਕਰਨੀ ਔਖੀ ਹੈ, ਨਿਰਭੈਤਾ ਵਾਲਾ ਰਾਹ ਔਖਾ ਲੱਗਦਾ ਹੈ, ਨਿਰਵੈਰਤਾ ਵਾਲਾ ਔਖਾ ਲੱਗਦਾ ਹੈ। ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਔਰ ਸਤਿਕਾਰ ਕਰਨਾ ਸਾਨੂੰ ਔਖਾ ਲੱਗਦਾ ਹੈ ਨਾ। ਦਾਜ ਦਹੇਜ ਛੱਡਣੇ ਸਾਨੂੰ ਔਖੇ ਲੱਗਦੇ ਨੇ।
ਅਸੀਂ ਨਵੇਂ ਸਿਆਪੇ ਗਲਾਂ ਚ ਪਾਈ ਫਿਰਨੇ, ਚੁੰਨੀਆਂ ਚੜਾਣੀਆਂ ਤੇ ਠਾਕਾ ਤੇ ਰੋਕਾ ਤੇ ਦੂਜੇ ਤੀਜੇ ਹੋਰ, ਹਰ ਰੋਜ਼ ਕੋਈ ਨਾ ਕੋਈ ਨਵਾਂ ਸੱਪ ਮਰਿਆ ਗਲ ਵਿੱਚ ਪਾ ਰਹੇ ਆ। ਲੇਕਿਨ ਰੱਬ ਦੇ ਪਿਆਰਿਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਦਿੱਤਾ। ਲੱਭ ਲੋਕ ਤੋਂ ਉੱਤੇ ਉੱਠ ਗਏ ਨੇ, ਮੇਰ ਤੇਰ ਤੋਂ ਉੱਠੇ ਉੱਠ ਕੇ ਨੇ, ਜਾਤੀਵਾਦ ਤੋਂ ਉੱਤੇ ਉੱਠ ਕੇ ਨੇ। ਕਬੀਰ ਜੀ ਕਹਿੰਦੇ ਨੇ, ਜਿਹੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਤੇ ਚੜ ਰਹੇ ਹੋ ਕਬੀਰ। ਤਾਂ ਅਗਲਾ ਵਚਨ ਕਰਦੇ ਨੇ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਔਖਾ ਮਾਰਗ ਕਿਹੜਾ ਹੈ? ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖਾਣ ਦੇ ਚਸਕੇ ਛੱਡਣੇ ਕੋਈ ਸੌਖੀ ਗੱਲ ਹੈ। ਖਾਣ ਦੇ ਚਸਕੇ ਛੱਡਣੇ ਕੋਈ ਸੌਖੀ ਗੱਲ ਥੋੜਾ। ਇੰਦਰੀਆਂ ਦੇ ਚਸਕਿਆਂ ਪਿੱਛੇ ਪਿਆ ਹੈ ਬੰਦਾ, ਨਿੰਦਿਆ ਸੁਣਦਾ ਹੈ, ਬੰਦਾ ਝੂਠ ਬੋਲਦਾ ਹੈ, ਬੰਦਾ ਇਸ ਦੁਨੀਆ ਦੇ ਅੰਦਰ ਪਰਥਰੇ ਪਰਤਨ ਰੂਪ ਨੂੰ ਤੱਕਦਾ ਹੈ, ਬੰਦਾ ਰੱਜਿਆ। ਚਸਕੇ ਨਾ, ਅੱਖਾਂ ਦਾ ਚਸਕਾ, ਕੰਨਾਂ ਦਾ ਚਸਕਾ, ਜ਼ਬਾਨ ਦਾ ਚਸਕਾ, ਖੇਲਾਂ ਦਾ, ਜੂਏ ਖੇਡਣ ਦਾ ਚਸਕਾ। ਇੱਕ ਇੱਕ ਚਸਕਾ ਬੰਦੇ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ। ਹਿਰਨ ਦੇ ਅੰਦਰ ਇੱਕ ਹੀ ਬਹੁਤਾਤ ਨਾ, ਉਲਾਰੂ ਜੀਵਨ ਕੰਨਾਂ ਨਾਲ ਕੰਡੇ ਹੇੜੀ ਦੀ ਆਵਾਜ਼ ਸੁਣਨੀ ਤੇ ਮੌਤ ਹੋ ਜਾਂਦੀ ਹੈ। ਭੌਰੇ ਦੇ ਅੰਦਰ ਇੱਕ ਹੀ ਚਸਕਾ ਹੈ ਨਾ, ਕਮਲ ਦੇ ਫੁੱਲ ਵਿੱਚ ਬੰਦ ਹੋ ਕੇ ਮੌਤ ਹੋ ਜਾਂਦਾ। ਉਲਾਰੂ ਹੈ ਨਾ ਜੀਵਨ, ਕਿ ਉਹਨੂੰ ਸ਼ਾਮ ਨੂੰ ਛੱਡ ਕੇ ਬਾਹਰ ਨਿਕਲ ਜਾਏ ਲੇਕਿਨ ਨਹੀਂ ਨਿਕਲਦਾ। ਪਤੰਗੇ ਦਾ ਜੀਵਨ ਉਲਾਰੂ ਹੈ ਨਾ, ਲਾਈਟ ਵੇਖ ਕੇ ਬੜੀ ਸੋਹਣੀ ਲੱਗਦੀ ਲੇਕਿਨ ਸੜ ਕੇ ਮਰ ਜਾਂਦਾ। ਹਾਥੀ ਵਿੱਚ ਇੱਕ ਹੀ ਦੋਸ਼ ਹੈ ਨਾ, ਕਾਮ ਵਾਸਨਾ ਦਾ, ਤੇ ਕਾਗਜ਼ ਦੀ ਹਸਤਨੀ ਹੀ ਬਣਾ ਕੇ ਰੱਖੀ ਹੁੰਦੀ ਹੈ ਤੇ ਉਹ ਟੋਏ ਦੇ ਵਿੱਚ ਡਿੱਗ ਕੇ ਤੇ ਸਾਰੀ ਜ਼ਿੰਦਗੀ। ਬਾਂਦਰ ਦੇ ਅੰਦਰ ਇੱਕ ਹੀ ਚਸਕਾ ਹੈ ਨਾ, ਲਾਲਚ ਦਾ, ਸਾਰੀ ਜ਼ਿੰਦਗੀ ਉਹਦੇ ਕਰਕੇ ਦਰ ਦਰ ਅੱਗੇ ਨੱਚਦਾ ਹੈ। ਤੇ ਜਿਹਦੇ ਅੰਦਰ ਪੰਜ ਹੋਣ, ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ, ਏਕ ਦੋਖ ਵਿਨਾਸ਼, ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਕਾਸ। ਉਹਦੀ ਕਿੰਨੀ ਕਾਸ ਰੱਖੀ ਜਾ ਸਕਦੀ ਹੈ ਕਿ ਉਹ ਆਤਮਿਕ ਜੀਵਨ ਜੀ ਲਵੇਗਾ। ਪਰਿਵਾਰ ਨੂੰ ਇੱਕ ਬੰਦਾ, ਪੂਰੇ ਪਰਿਵਾਰ ਨੂੰ ਇੱਕ ਬੰਦਾ ਹੀ ਬੇੜਾ ਗਰਕ ਕਰ ਦਿੰਦਾ ਜੇ ਬੰਦਾ ਗਲਤ ਹੋਏ ਨਾ। ਘਰ ਦਾ ਕੋਈ ਜੀ, ਇੱਕ ਜੀ ਹੀ ਪਰਿਵਾਰ ਨੂੰ ਤਾਰ ਤਾਰ ਕਰ ਦਿੰਦਾ। ਤੇ ਜੇ ਸਾਰੇ ਹੀ ਐਵੇਂ ਦੇ ਹੋਣ, ਫਿਰ ਸਮਾਜ ਅੰਦਰ ਥੋੜੇ ਜਿਹੇ ਲੋਕ ਹੀ ਅਫਰਾ ਤਫਰੀ ਮਚਾ ਦਿੰਦੇ ਨੇ, ਲੇਕਿਨ ਜੇ ਸਾਰੇ ਹੀ ਇਸ ਪਾਸੇ ਚੱਲ ਜਾਣ ਫਿਰ ਤਾਂ ਗੁਰੂ ਜੀ ਕਹਿੰਦੇ ਨੇ, ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਇਹਨਾਂ ਚਸਕਿਆਂ ਵਿੱਚ ਨਹੀਂ ਪੈਂਦੇ, ਲੋਭ ਦਾ ਉਹ ਤਿਆਗ ਕਰਦੇ ਨੇ। ਉਹ ਦਸਾਂ ਨਵਾਂ ਦੀ ਕਿਰਤ ਕਰਨਗੇ ਇਮਾਨਦਾਰੀ ਨਾਲ, ਬੇਗਾਨਾ ਹੱਕ ਨਹੀਂ ਖਾਣਗੇ ਬਿਲਕੁਲ। ਬੇਗਾਨਾ ਹੱਕ ਭਾਵੇਂ ਸੋਨੇ ਵਰਗਾ ਕੰਚਨ ਮਾਟੀ ਮਨ ਹੈ, ਉਹਨਾਂ ਵਾਸਤੇ ਸੋਨਾ ਤੇ ਮਿੱਟੀ ਇੱਕ ਬਰਾਬਰ ਹੀ ਹੈ। ਯਾਨੀ ਬੇਗਾਨਾ ਹੱਕ ਭਾਵੇਂ ਸੋਨੇ ਵਰਗਾ ਹੋਵੇ, ਮਿੱਟੀ ਸਮਝ ਕੇ ਛੱਡ ਦੇਣਗੇ। ਉਹ ਲਾਲਚ ਕਰਕੇ ਕਿਸੇ ਦੀ ਜ਼ਿੰਦਗੀ ਨੂੰ ਤਬਾਹ ਨਹੀਂ ਕਰਨਗੇ। ਉਹ ਫਰੂਟਾਂ ਵਿੱਚ ਇੰਜੈਕਸ਼ਨ ਨਹੀਂ ਲਗਾਉਣਗੇ, ਡੁਪਲੀਕੇਟ ਦਵਾਈਆਂ ਨਹੀਂ ਵੇਚਣਗੇ, ਸਿੰਥੈਟਿਕ ਦੁੱਧ ਨਹੀਂ ਵੇਚਣਗੇ। ਆ ਦੇਖਦੇ ਆ ਨਾ ਅਸੀਂ, ਵਾਇਰਲ ਹੁੰਦੀਆਂ ਨਿੱਕੀਆਂ ਨਿੱਕੀਆਂ ਵੀਡੀਓਜ਼, ਕਿਵੇਂ ਉਹ ਗੰਦੀ ਜਗ੍ਹਾ ਦੇ ਉੱਤੇ ਬਣਾ ਰਹੇ ਨੇ ਗੱਚਕ ਤੇ ਦੂਜਾ ਤੀਜਾ। ਤੇ ਤੁਸੀਂ ਅਚਾਰ ਬਣਦਾ ਵੇਖਿਆ ਹੋਣਾ, ਕਿਵੇਂ ਉਹ ਪਾਣੀ ਦੇ ਟੋਏ ਦੇ ਵਿੱਚ ਸੁੱਟ ਕੇ ਤੇ ਵਿੱਚੇ ਹੀ ਵਿੱਚ ਵੜ ਕੇ। ਤੇ ਮੈਂ ਉਦੋਂ ਦਾ ਅਚਾਰ ਖਾਣਾ ਹੀ ਛੱਡ ਦਿੱਤਾ, ਜਿੱਦਾਂ ਦਾ ਅਚਾਰ ਬਣਨਾ ਵੀ ਘਰ ਦਾ ਬਣਿਆ ਖਾ ਲੈਣਾ ਬਾਕੀ। ਤਾਂ ਉਹ ਲੋਭ ਹੀ ਹੈ ਨਾ, ਕਿ ਲੋਭ ਕਰਕੇ ਐਸੀ ਗੰਦੇ ਕਰਮ ਕਰਨੇ ਜਿਹਦੇ ਨਾਲ ਕਿਸੇ ਦੀ ਸਿਹਤ ਤਬਾਹ ਹੋ ਜਾਏ। ਤਾਂ ਰੱਬ ਦੇ ਪਿਆਰੇ ਇਹੋ ਜਿਹਾ ਕੰਮ ਨਹੀਂ ਕੋਈ ਕਰਦੇ, ਇਹ ਭਗਤੀ ਹੈ। ਲੱਭ ਲੋਭ ਅਹੰਕਾਰ, ਅਹੰਕਾਰ ਨੂੰ ਤਿਆਗਦੇ ਨੇ, ਤਜ ਤ੍ਰਿਸ਼ਨਾ, ਤ੍ਰਿਸ਼ਨਾ ਤਿਆਗ ਦਿੰਦੇ ਨੇ। ਹੁਣ ਦੇਖੋ, ਲੋੜਾਂ ਸਾਡੀਆਂ ਵੱਖਰੀਆਂ ਨੇ, ਤ੍ਰਿਸ਼ਨਾ ਇੱਕ ਵੱਖਰੀ ਚੀਜ਼ ਹੈ। ਲੋੜ ਹੈ ਸਾਡੀ ਆ ਕੱਪੜਾ, ਤਨ ਢੱਕਣ ਲਈ, ਗਰਮੀ ਸਰਦੀ ਤੋਂ ਬਚਣ ਲਈ, ਲੇਕਿਨ 200-300 ਸੂਟ, ਹਰ ਰੋਜ਼ ਨਵਾਂ ਸੂਟ, ਹਰ ਵਿਆਹ ਤੇ ਨਵਾਂ ਸੂਟ ਪਾ ਕੇ ਜਾਣਾ। ਕਿ ਅਗਲੇ ਵਿਆਹ ਤੇ ਮੈਂ ਪਾ ਕੇ ਗਈ ਸਾਂ, ਖਾਸ ਕਰਕੇ ਭੈਣਾਂ ਮੇਰੀਆਂ, ਉਸ ਵਿਆਹ ਤੇ ਇਹ ਸੂਟ ਤੇ ਉਸ ਵਿਆਹ ਤੇ ਪਾਇਆ ਸੀ। ਸੂਟ ਭਰੇ ਪਈਆਂ ਨੇ ਅਲਮਾਰੀਆਂ, ਤੇ ਬੀਬੀਆਂ ਕਹਿਣਗੀਆਂ ਵੀ ਮੇਰੇ ਕੋਲ ਤੇ ਪਾਉਣ ਵਾਸਤੇ ਕੱਖ ਨਹੀਂ। ਤੇ ਜਦੋਂ ਅਲਮਾਰੀ ਖੋਲਦੀਆਂ ਨੇ ਫਿਰ ਪਤਾ ਨਹੀਂ ਲੱਗਦਾ ਵੀ ਹੁਣ ਪਾਵਾਂ। ਮਤਲਬ ਇਹ ਕੱਲੀਆਂ ਬੀਬੀਆਂ ਦੀ ਨਹੀਂ, ਬੰਦਿਆਂ ਦੀ ਵੀ ਹਾਲਾਤ ਹੈ। ਇਹ ਸਾਡੀ ਤ੍ਰਿਸ਼ਨਾਵਾਂ ਜਿਹੜੀਆਂ ਨੇ, ਲੋੜ ਹੈ ਕੱਪੜੇ ਦੀ, ਇਹ ਸਾਡੀ ਜ਼ਰੂਰਤ ਹੈ। ਪਰ 1.5 ਕਰੋੜ ਦਾ ਸੂਟ ਪਾਣਾ ਇਹ ਲੋੜ ਨਹੀਂ ਨਾ, ਤ੍ਰਿਸ਼ਨਾ ਹੈ। ਰੋਟੀ ਖਾਣੀ, ਫਲ ਖਾਣੇ, ਦੁੱਧ ਦਹੀਂ ਮੱਖਣ ਘਿਓ,
मौसमी सब्जियां, मौसमी फल साडियां लोड़ां ने, पर 5 स्टार होटलों में रोज जाना, ऐसे होटलों में जिथे 16-16, 15-15, 20-20 लाख रुपया एक रात का खर्चा है। 2, 3, 4, 5 बैडरूम का घर हर इंसान नूं चाहीदा, जरूरत है ना परिवार के मुताबिक, जिंगां दे मुताबिक, पर 26 मंजिली मकान बनाना जिथे हैलीपैड भी, दूजा तीजा भी, ਤਾਂ ਉਹ ਤ੍ਰਿਸ਼ਨਾ ਵਿੱਚ ਨਹੀਂ ਫਸਦੇ। ਉਹਨਾਂ ਦੇ ਅੰਦਰ ਹੋਰ ਪਦਾਰਥ ਇਕੱਠੇ ਕਰਨ ਦੀ ਚਾਹਤ ਨਹੀਂ ਹੁੰਦੀ। ਬਹੁਤ ਨਾ ਹੀ ਬੋਲਣਾ ਤੇ ਉਹ ਬਹੁਤਾ ਬੋਲਦੇ ਵੀ ਨਹੀਂ। ਬਹੁਤਾ ਬੋਲਣ ਦਾ ਮਤਲਬ ਵਿਕਾਰਾਂ ਦੇ ਬੋਲ, ਜਿੱਥੇ ਜਾਣਾ ਉਥੇ ਆਪਣੀ ਹੀ ਸਿਫਤ ਸ਼ੁਰੂ ਕਰ ਦੇਣਗੇ। ਬਹੁਤ ਸਾਰੇ ਲੋਕ ਨੇ, ਤੁਸੀਂ ਵੀ ਵੇਖਦੇ ਹੋ ਸਮਾਜ ਵਿੱਚ ਬੜੇ ਐਸੇ ਵੀਰ ਭਰਾ ਭੈਣਾਂ ਮਿਲ ਜਾਂਦੀਆਂ ਨੇ, ਅਸੀਂ ਆਪ ਵੀ ਕਈ ਵਾਰ ਐਸਾ ਹੀ ਕਰ ਰਹੇ ਹੁੰਦੇ ਆ, ਸਾਨੂੰ ਨਹੀਂ ਪਤਾ ਲੱਗਦਾ। ਆਪਣੀਆਂ ਸਿਫਤਾਂ ਦੇ ਪੁਲ ਬੰਨੀ ਜਾਂਦੇ ਆ, ਦੂਜੇ ਨੂੰ ਬੋਲਣ ਹੀ ਨਹੀਂ ਦਿੰਦੇ। ਕੋਈ ਬੰਦਾ ਗੱਲ ਕਰੇ ਨਾ, ਅਸੀਂ ਉਹਦੀ ਪੂਰੀ ਗੱਲ ਸੁਣਦੇ ਵੀ ਨਹੀਂ, ਸ਼ੁਰੂ ਕਰ ਦਿੰਦੇ ਆ। ਅਗਲਾ ਨਿੱਕੀ ਜੀ ਗੱਲ ਦੱਸਦਾ, ਅਸੀਂ 10 ਦੱਸਦੇ ਆ। ਸਾਰਾ ਦਿਨ ਵਿਕਾਰਾਂ ਦੇ ਬੋਲ, ਮੰਦੇ ਬੋਲ, ਆਪਣੇ ਦੁੱਖਾਂ ਦਾ ਰੋਣਾ। ਉਹ ਬਹੁਤਾ ਬੋਲਦੇ ਨਹੀਂ, ਕਿਉਂਕਿ ਕੁਝ ਲੋਕ ਕੱਲਾ ਬੋਲਦੇ ਨੇ, ਕਰਦੇ ਕੱਖ ਨਹੀਂ। ਪਰ ਰੱਬ ਦੇ ਪਿਆਰੇ ਕਰਨ ਵਿੱਚ ਯਕੀਨ ਰੱਖਦੇ ਨੇ, ਬੋਲਣ ਵਿੱਚ ਨਹੀਂ। ਘੱਟ ਬੋਲਦੇ, ਲੋੜ ਦਾ ਬੋਲਦੇ ਨੇ, ਜਿੰਨੀ ਜ਼ਰੂਰਤ ਹੈ ਓਨਾ ਕੁ ਬੋਲਦੇ ਨੇ, ਸੱਚ ਬੋਲਦੇ ਨੇ। ਵਿਕਾਰੀ ਬੋਲ ਉਹ ਜਿਹੜੇ ਨੇ ਉਹ ਨਹੀਂ ਬੋਲਦੇ। ਅਗਲਾ ਬਚਨ ਕਰਦੇ ਨੇ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਖੰਨਿਓ ਦਾ ਮਤਲਬ ਖੰਡਾ, ਕਿਰਪਾਨ ਜਿਹੜੀ ਹੈ, ਤਲਵਾਰ। ਇਹ ਜਿਹੜਾ ਰਾਸਤਾ ਹੈ ਜੀਵਨ ਜੁਗਤੀ ਹੈ, ਤਲਵਾਰ ਨਾਲੋਂ ਤਿੱਖੀ ਹੈ, ਵਾਲੋਂ ਨਿੱਕੀ, ਵਾਲ ਨਾਲੋਂ ਬਰੀਕ ਹੈ। ਹੁਣ ਦੇਖੋ, ਆਮ ਰਾਹ ਦੇ ਉੱਤੇ ਤੁਰਨਾ ਹੀ ਔਖਾ ਹੈ। ਤੁਸੀਂ ਦੇਖਿਆ ਹੈ ਸਰਕਸ ਦੇ ਅੰਦਰ ਆ ਕੁੜੀਆਂ ਮੁੰਡੇ ਰੱਸੇ ਦੇ ਉੱਤੇ ਤੁਰਦੇ ਨੇ। ਹੁਣ ਉਹਦੇ ਉੱਤੇ ਤੁਰਨਾ ਕਿੰਨਾ ਔਖਾ ਹੈ ਨਾ, ਕਿੰਨਾ ਧਿਆਨ ਦੀ ਜ਼ਰੂਰਤ ਹੈਗੀ। ਤੇ ਜੇ ਤਲਵਾਰ ਵਰਗੀ ਕੋਈ ਚੀਜ਼ ਤਿੱਖੀ ਹੋਵੇ ਤੇ ਵਾਲ ਨਾਲੋਂ ਬਰੀਕ, ਤੇ ਉਹਦੇ ਉੱਤੇ ਤੁਰਨਾ ਕਿੰਨਾ ਔਖਾ ਹੈ। ਮਾੜਾ ਜਿਹਾ ਵੀ ਧਿਆਨ ਇੱਧਰ ਹੋਇਆ ਬੰਦਾ ਡਿੱਗ ਸਕਦਾ ਹੈ। ਇੱਥੇ ਖੰਨਿਓ ਤਿੱਖੀ ਵਾਲੋਂ ਨਿੱਕੀ ਦਾ ਮਤਲਬ ਬਹੁਤ ਸਾਵਧਾਨੀ ਦੇ ਨਾਲ ਤੁਰਨ ਵਾਲਾ ਰਾਸਤਾ, ਜਿਹਨੂੰ ਅਸੀਂ ਔਖਾ ਮਾਰਗ ਕਹਿੰਦੇ। ਏਤ ਮਾਰਗ ਜਾਣਾ, ਉਹ ਇਸ ਰਾਹ ਦੇ ਉੱਤੇ ਜਾਂਦੇ ਨੇ। ਡਿੱਗਣ ਦੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ। ਦੁਨੀਆ ਦੀਆਂ ਵਾਸ਼ਨਾਵਾਂ ਸਾਡੇ ਮਨ ਨੂੰ ਧੱਕਾ ਦਿੰਦੀਆਂ ਨੇ, ਖਿੱਚਦੀਆਂ ਨੇ। ਕਿਤੇ ਕੋਈ ਸੁੰਦਰ ਔਰਤ, ਕਿਤੇ ਕੋਈ ਸੁੰਦਰ ਮਰਦ ਦਿਸ ਜਾਂਦਾ ਹੈ, ਸਾਡਾ ਧਿਆਨ ਡੋਲ ਜਾਂਦਾ ਹੈ, ਅਸੀਂ ਆਪਣੇ ਆਦਰਸ਼ ਤੋਂ ਗਿਰ ਜਾਂਦੇ ਹਾਂ। ਕਿਤੇ ਨੌਕਰੀ ਐਸੀ ਜਗ੍ਹਾ ਤੇ ਲੱਗ ਜਾਂਦੀ ਹੈ ਜਿੱਥੇ ਰਿਸ਼ਵਤ ਲੈਣ ਦੀ ਬਹੁਤ ਵੱਡੀ ਸੰਭਾਵਨਾ ਹੈ, ਤੇ ਬੰਦਾ ਉੱਥੇ ਆਚਰਨ ਤੋਂ ਡਿੱਗ ਜਾਂਦਾ ਹੈ। ਕਿਤੇ ਸਾਨੂੰ ਸੱਚ ਬੋਲਣ ਦੀ ਲੋੜ ਹੁੰਦੀ ਹੈ, ਅਸੀਂ ਉੱਥੇ ਝੂਠੀ ਗਵਾਹੀ ਦੇ ਜਾਂਦੇ ਹਾਂ, ਝੂਠ ਬੋਲ ਜਾਂਦੇ ਹਾਂ, ਬੰਦਾ ਡਿੱਗ ਜਾਂਦਾ। ਕਿਤੇ ਅਸੀਂ ਹੰਕਾਰ ਵਿਖਾ ਜਾਂਦੇ ਹਾਂ। ਇਹ ਡਿੱਗਣ ਦਾ ਜਿਹੜਾ ਹੈ ਨਾ ਡਿੱਗਣ ਦੀ ਗੁੰਜਾਇਸ਼ ਹਰ ਵੇਲੇ ਹੈ। ਬੰਦੇ ਬੋਲਦਿਆਂ ਅਸੀਂ ਕਦੋਂ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦੇ ਹਾਂ, ਪਤਾ ਹੀ ਨਹੀਂ ਲੱਗਦਾ। ਬਾਣੀ ਸੁਣਦਿਆਂ ਕਦੋਂ ਅਸੀਂ ਕਿਸੇ ਦੀ ਨਿੰਦਿਆ ਸੁਣਨ ਲੱਗ ਜਾਂਦੇ ਹਾਂ, ਪਤਾ ਹੀ ਨਹੀਂ ਲੱਗਦਾ। ਕਦੋਂ ਅਸੀਂ ਲਾਲਚ ਕਰਕੇ ਕਿਸੇ ਦਾ ਛੋਟਾ ਮੋਟਾ ਨੁਕਸਾਨ ਕਰ ਦਿੰਦੇ ਹਾਂ, ਪਤਾ ਹੀ ਨਹੀਂ ਲੱਗਦਾ। ਇਸੇ ਨੂੰ ਕਹਿੰਦੇ ਨੇ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਸ ਰਾਹ ਦੇ ਉੱਤੇ ਤੁਰਨ ਦੀ ਬਰਾਬਰ ਹੈ ਬਹੁਤ ਸਾਵਧਾਨ ਹੋਣ ਦੀ ਲੋੜ ਹੈ, ਸੁਚੇਤ ਹੋਣ ਦੀ ਜ਼ਰੂਰਤ ਹੈ। ਜੇ ਥੋੜਾ ਜਿਹਾ ਤੁਹਾਡਾ ਧਿਆਨ ਭਟਕਿਆ ਤੇ ਕੰਮ ਗੜਬੜ। ਦੇਖੋ ਟ੍ਰੈਫਿਕ ਕਿੰਨੀਆਂ ਚੌੜੀਆਂ ਸੜਕਾਂ ਨੇ, ਪਰ ਥੋੜਾ ਜਿਹਾ ਧਿਆਨ ਭਟਕਦਿਆਂ ਸਾਰੇ ਐਕਸੀਡੈਂਟ ਹੋ ਜਾਂਦਾ। ਜਿੰਨੇ ਐਕਸੀਡੈਂਟ ਹੁੰਦੇ ਨੇ ਧਿਆਨ ਭਟਕਣ ਦੇ ਨਾਲ ਹੁੰਦੇ ਨੇ, ਗਲਤ ਜਜਮੈਂਟ ਦੇ ਨਾਲ ਹੁੰਦੇ। ਜੇ ਧਿਆਨ ਨਹੀਂ ਨਾ, ਕਈ ਵਾਰ ਅਸੀਂ ਤੁਰੇ ਜਾਂਦੇ ਹਾਂ ਤੇ ਕੋਈ ਸਾਨੂੰ ਆਵਾਜ਼ ਮਾਰਦਾ ਵੀ ਵੀਰ ਕੀ ਗੱਲ ਨਾਰਾਜ਼ ਹੈ, ਬੋਲਿਆ ਨਹੀਂ, ਤੇ ਅਸੀਂ ਕਹਿੰਦੇ ਯਾਰ ਸੌਰੀ, ਮੈਂ ਵੇਖਿਆ ਨਹੀਂ, ਮੇਰਾ ਧਿਆਨ ਲਾਂਬੇ ਸੀ। ਅੱਖਾਂ ਤੇ ਹੈ ਨੇ, ਪਰ ਧਿਆਨ ਵੇਖਣ ਵਿੱਚ ਨਹੀਂ, ਅਸੀਂ ਵੇਖ ਨਹੀਂ ਪਾਉਂਦੇ। ਕਈ ਵਾਰੀ ਅਸੀਂ ਕਹਿੰਦੇ ਵੀਰ ਜਾਂ ਭੈਣ ਦੁਬਾਰਾ ਬੋਲਿਓ, ਮੈਂ ਸੁਣਿਆ ਨਹੀਂ। ਕੰਨ ਨਾਲ ਨੇ, ਪਰ ਧਿਆਨ ਨਹੀਂ ਤਾਂ ਅਸੀਂ ਸੁਣ ਨਹੀਂ ਪਾਉਂਦੇ। ਕਈ ਵਾਰ ਅਸੀਂ ਗਲਤ ਬੋਲ ਜਾਂਦੇ, ਸੌਰੀ ਮੇਰਾ ਧਿਆਨ ਲਾਂਬੇ ਸੀ, ਮੈਂ ਗਲਤ ਬੋਲ ਗਿਆ। ਯਾਨੀ ਜ਼ਿੰਦਗੀ ਦੇ ਅੰਦਰ ਧਿਆਨ ਜਿਹੜੀ ਹੈ ਬਹੁਤ ਕੀਮਤੀ ਚੀਜ਼ ਹੈ। ਥੋੜਾ ਜਿਹਾ ਧਿਆਨ ਇੱਧਰ ਉੱਧਰ ਹੋਇਆ ਨਹੀਂ ਤੇ ਤੁਹਾਡਾ ਕਾਰਜ ਜਿਹੜਾ ਹੈ ਉਹ ਗੜਬੜ ਹੁੰਦਾ। ਇਸੇ ਤਰ੍ਹਾਂ ਜ਼ਿੰਦਗੀ ਦਾ ਆਚਰਨ ਔਰ ਆਦਰਸ਼, ਜੋ ਤੁਹਾਡਾ ਗੋਲ ਹੈ, ਜੋ ਮੇਰਾ ਗੋਲ ਹੈ, ਉਸ ਗੋਲ ਤੋਂ
थोड़ा जिहा ध्यान लांभे होया, एक एग्जिट गलत गया ते गया, सारी जिंदगी बर्बाद हो जाएगी। ਇਸ ਲਈ ਗੁਰੂ ਜੀ ਕਹਿੰਦੇ ਨੇ ਬਹੁਤ ਸਾਵਧਾਨੀ ਦੇ ਨਾਲ ਚੱਲਣ ਵਾਲੇ ਨੇ ਰੱਬ ਦੇ ਪਿਆਰੇ, ਔਰ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਦੇ ਬਰਾਬਰ ਹੈ। ਕਿਤੇ ਆਪਣੇ ਬੱਚੇ ਦਾ ਕਲੇਜਾ ਕੱਢ ਕੇ ਮੂੰਹ ਦੇ ਵਿੱਚ ਪਵਾਉਣਾ ਔਰ ਲੋਕਾਂ ਦੇ ਹੱਕਾਂ ਵਾਸਤੇ, ਮਨੁੱਖੀ ਹੱਕਾਂ ਵਾਸਤੇ ਕੰਮ ਕਰ ਜਾਣਾ, ਇਸੇ ਨੂੰ ਕਹਿੰਦੇ ਨੇ ਖੰਨਿਓ ਤਿੱਖੀ ਵਾਲੋਂ ਨੇ। ਹੋਰ ਕੋਈ ਤਲਵਾਰ ਪਈ ਨਹੀਂ ਜਿਹਦੇ ਉੱਤੇ ਤੁਰਨਾ ਹੈ। ਉਹ ਨੌਜਵਾਨ ਧੀਆਂ ਔਰ ਬਜ਼ੁਰਗ ਮਾਤਾਵਾਂ ਮੀਰ ਮੰਨੂ ਦੇ ਜੇਲ੍ਹ ਵਿੱਚ ਆਪਣੇ ਬੱਚਿਆਂ ਦੇ ਟੁਕੜਿਆਂ ਦੇ ਹਾਰ ਗਲੇ ਵਿੱਚ ਪਵਾ ਲੈਣੇ, ਇਹ ਕੋਈ ਹਰ ਇੱਕ ਦੇ ਵਾਸਤੇ ਗੱਲ ਥੋੜਾ। ਇਸੇ ਨੂੰ ਕਹਿੰਦੇ ਨੇ ਖੰਨਿਓ ਤਿੱਖੀ ਵਾਲੋਂ ਨੇ। ਆਰੇ ਦੇ ਨਾਲ ਚਿਰ ਜਾਣਾ, ਦੇਗ ਵਿੱਚ ਉਬਲ ਜਾਣਾ, ਰੂੰ ਦੇ ਵਿੱਚ ਜਿੰਦਾ ਜਲ ਜਾਣਾ, ਚਰਖੜੀਆਂ ਤੇ ਚੜ ਜਾਣਾ, ਬੰਦ ਕਟਾ ਲੈਣੇ, ਇਹ ਹੈ ਭਗਤਾਂ ਦੀ ਚਾਲ, ਇਹ ਹੈ ਉਹਨਾਂ ਦਾ ਔਖਾ ਮਾਰਗ। ਉਹਨਾਂ ਦਾ ਧਿਆਨ ਵਿਚਲਿਤ ਨਹੀਂ, ਸੱਚ ਤੋਂ ਦੂਰ ਨਹੀਂ ਹੁੰਦੇ। ਤਾਂ ਗੁਰਦੇਵ ਪਾਤਸ਼ਾਹ ਅਗਲਾ ਬਚਨ ਕਰਦੇ ਨੇ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੇ। ਗੁਰੂ ਦੀ ਰਹਿਮਤ ਸਦਕਾ ਜਿਨ੍ਹਾਂ ਨੇ ਆਪਣਾ ਆਪਾ ਛੱਡ ਦਿੱਤਾ, ਹੰਕਾਰ ਛੱਡ ਦਿੱਤਾ, ਗੁਰੂ ਦਾ ਗਿਆਨ ਹਾਸਲ ਕਰ ਲਿਆ, ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ, ਗੁਰੂ ਅੱਗੇ ਨਤਮਸਤਕ ਹੋ ਗਏ, ਮੱਥਾ ਟੇਕ ਦਿੱਤਾ ਕਿ ਗੁਰੂ ਪਾਤਸ਼ਾਹ ਜੀ ਅੱਜ ਤੋਂ ਲੈ ਕੇ ਮੈਂ ਆਪ ਦਾ ਸਿੱਖ ਹਾਂ, ਆਪ ਦੀ ਬਾਣੀ ਮੁਤਾਬਕ ਜ਼ਿੰਦਗੀ ਜੀਵਾਂਗਾ, ਆਪਣਾ ਆਪਾ ਛੱਡ ਦਿੱਤਾ। ਇਹ ਹੈ ਗੁਰੂ ਦੀ ਕਿਰਪਾ। ਹੁਣ ਅਸੀਂ ਮੱਥਾ ਟੇਕਦੇ ਤੇ ਰੋਜ਼ ਹਾਂ, ਪਰ ਜੋ ਮੱਥਾ ਟੇਕਣ ਦਾ ਭਾਵ ਸੀ ਉਹਨੂੰ ਗਵਾ ਬੈਠੇ ਹਾਂ। ਮੱਥਾ ਟੇਕਣ ਦਾ ਮਤਲਬ ਇਹ ਸੀ ਕਿ ਪਾਤਸ਼ਾਹ ਜੀ ਅੱਜ ਤੋਂ ਲੈ ਕੇ ਇਹ ਸ਼ੀਸ਼ ਤੁਹਾਡਾ ਹੈ, ਮੈਂ ਆਪਣੀ ਮੱਤ ਛੱਡ ਕੇ ਤੁਹਾਡੀ ਮੱਤ ਮੁਤਾਬਕ ਜ਼ਿੰਦਗੀ ਜੀਵਾਂਗਾ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਦਾ ਮਤਲਬ ਕਿ ਅਸੀਂ ਪ੍ਰੋਮਿਸ ਕਰਦੇ ਹਾਂ ਕਿ ਪਾਤਸ਼ਾਹ ਜੋ ਵੇ ਆਫ ਲਾਈਫ ਆਪ ਦੇ ਰਹੇ ਹੋ, ਜੋ ਗਿਆਨ ਗੁਰਬਾਣੀ ਵਿੱਚ ਦਿੱਤਾ ਗਿਆ ਹੈ, ਮੈਂ ਉਸ ਗਿਆਨ ਮੁਤਾਬਕ ਜ਼ਿੰਦਗੀ ਜੀਣ ਦੀ ਵਚਨਬੱਧਤਾ ਪ੍ਰਗਟਾਉਂਦਾ ਹਾਂ, ਮੈਂ ਪ੍ਰੋਮਿਸ ਕਰਦਾ ਹਾਂ, ਮੈਂ ਵਾਅਦਾ ਕਰਦਾ ਹਾਂ। ਪਰ ਵਾਅਦਾ ਕਿੰਨੇ ਨਿਭਾਉਂਦੇ ਨੇ ਇਹ ਤੇ ਭਾਈ ਸਾਨੂੰ ਆਪਣੇ ਆਪ ਨੂੰ ਪਤਾ ਹੈ ਨਾ, ਮੈਨੂੰ ਆਪਣਾ ਪਤਾ ਹੈ, ਤੁਹਾਨੂੰ ਆਪਣਾ ਪਤਾ ਹੈ, ਬਾਕੀ ਲੋਕਾਂ ਨੂੰ ਆਪਣਾ ਪਤਾ ਹੈ। ਤਾਂ ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹੁਣ ਉਹਨਾਂ ਦੀ ਨਿਸ਼ਾਨੀ ਕੀ ਹੈ? ਜਿਨ੍ਹਾਂ ਨੇ ਗੁਰੂ ਦੀ ਰਹਿਮਤ ਨਾਲ ਆਪਣਾ ਤਿਆਗ ਦਿੱਤਾ, ਦੀ ਨਿਸ਼ਾਨੀ ਦੱਸਦੇ ਨੇ, ਹਰ ਵਾਸਨਾ ਸਮਾਣੀ। ਹਰੀ ਪ੍ਰਭੂ ਦੀ ਯਾਦ ਵਿੱਚ ਉਹਨਾਂ ਦੀ ਵਾਸ਼ਨਾ, ਸਮਾਣੀ ਦਾ ਮਤਲਬ ਮੁੱਕ ਜਾਂਦੀ ਹੈ, ਸਮਾ ਜਾਂਦੀ ਹੈ। ਅਸੀਂ ਕਹਿੰਦਾ ਕਿ ਫਲਾਂ ਬੰਦਾ ਸਮਾ ਗਿਆ, ਮੀਨਸ ਖਤਮ ਹੋ ਗਿਆ, ਮੁੱਕ ਗਿਆ। ਉਹਨਾਂ ਦੀ ਜਿਹੜੀ ਵਾਸਨਾ ਹੈ, ਜਿਹੜੀਆਂ ਵਾਸ਼ਨਾਵਾਂ ਨੇ ਵਿਕਾਰਾਂ ਦੀਆਂ, ਜਿਹੜੀਆਂ ਚਾਹਤਾਂ ਨੇ ਵਿਕਾਰਾਂ ਦੀਆਂ, ਕਿ ਮੈਂ ਇਹ ਵੀ ਵਿਕਾਰ ਕਮਾ ਲਾਂ, ਇਹ ਵੀ, ਉਹ ਵਾਸ਼ਨਾਵਾਂ ਸਮਾ ਜਾਂਦੀਆਂ ਨੇ, ਅੰਦਰ ਦੀਆਂ ਅੰਦਰ ਹੀ ਮੁੱਕ ਜਾਂਦੀਆਂ ਨੇ। ਉਹ ਵਾਸਨਾ ਪ੍ਰਗਟ ਹੀ ਨਹੀਂ ਹੁੰਦੀ, ਅੰਦਰ ਵਾਸਨਾ ਦੀ ਕਲਪਨਾ ਵੀ ਨਹੀਂ ਹੁੰਦੀ। ਝੂਠ ਬੋਲਣਾ ਤਾਂ ਦੂਰ ਦੀ ਗੱਲ, ਰੱਬ ਦੇ ਪਿਆਰੇ ਦੇ ਅੰਦਰ ਝੂਠ ਬੋਲਣ ਦਾ ਵਿਚਾਰ ਵੀ ਨਹੀਂ ਪੈਦਾ ਹੁੰਦਾ। ਸ਼ਰਾਬ ਪੀਣਾ ਤਾਂ ਦੂਰ ਦੀ ਗੱਲ, ਉਹਦੇ ਅੰਦਰ ਵਿਚਾਰ ਵੀ ਨਹੀਂ ਪੈਦਾ ਹੁੰਦਾ। ਜੂਆ ਖੇਲਣਾ ਤਾਂ ਦੂਰ ਦੀ ਗੱਲ, ਉਹਦੇ ਅੰਦਰ ਵਿਚਾਰ ਵੀ ਨਹੀਂ ਪੈਦਾ ਹੁੰਦਾ। ਇਹੋ ਜਿਹਾ ਬਾਬਿਆਂ ਨੂੰ ਮੱਥੇ ਟੇਕਣੇ ਦੂਰ ਦੀ ਗੱਲ, ਉਹਦੇ ਅੰਦਰ ਵਿਚਾਰ ਵੀ ਨਹੀਂ ਪੈਦਾ ਹੁੰਦਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਤੇ ਹੋਰ ਮੱਥੇ ਟੇਕ, ਸੱਚ ਤੋਂ ਇਲਾਵਾ ਮੈਂ ਹੋਰ ਕਰਮ ਕਰਾਂ। ਪਰਾਈ ਔਰਤ ਵੱਲ ਮਾੜੀ ਨਜ਼ਰ ਨਾਲ ਤੱਕਣਾ ਤਾਂ ਦੂਰ ਦੀ ਗੱਲ, ਉਹਦੇ ਅੰਦਰ ਇਹ ਵਿਚਾਰ ਵੀ ਨਹੀਂ ਪੈਦਾ ਹੁੰਦੀ। ਵਾਸ਼ਨਾਵਾਂ ਸਮਾ ਜਾਂਦੀਆਂ ਨੇ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਹਿ ਨਾਨਕ ਚਾਲ ਭਗਤਾਂ, ਇੱਥੇ ਬਿੰਦੀ ਲਗਾ ਕੇ ਪੜਨਾ ਹੈ ਭਗਤਾਂ, ਕਿਉਂਕਿ ਜਦੋਂ ਵੀ ਕਿਸੇ ਨਾਉਨ ਦੇ ਨਾਲ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਜਾਂਦਾ ਹੈ ਤਾਂ ਉਸ ਦਾ ਉਚਾਰਨ ਨਾਸਕੀ ਹੋਏਗਾ। ਕਹਿ ਨਾਨਕ, ਹੁਣ ਇੱਥੇ ਨਾਨਕ ਦੇ ਕੱਕੇ ਥੱਲੇ ਔਂਕੜ ਹੈ, ਕਿਉਂਕਿ ਨਾਨਕ ਕਰਤਾ ਕਾਰਕ ਇੱਕ ਵਚਨ ਪੁਲਿੰਗ ਸ਼ਬਦ ਹੈ, ਸਿੰਗੂਲਰ ਸ਼ਬਦ ਹੈ, ਮੇਲ ਜੈਂਡਰ ਹੈ। ਕਹਿ ਨਾਨਕ ਚਾਲ ਭਗਤਾਂ, ਚਾਲ ਭਗਤਾਂ ਦਾ ਮਤਲਬ ਭਗਤਾਂ ਦੇ ਜੀਵਨ ਦੀ ਜੁਗਤ, ਜੁਗੋ ਜੁਗ ਨਿਰਾਲੀ। ਜੁਗੋ ਜੁਗ ਦਾ ਮਤਲਬ ਹਰੇਕ ਯੁੱਗ ਵਿੱਚ, ਯਾਨੀ ਹਰੇਕ ਸਮੇਂ ਵਿੱਚ ਸਦਾ ਹੀ ਰੱਬ ਦੇ ਪਿਆਰਿਆਂ ਦੀ ਜੀਵਨ ਦੀ ਜੁਗਤੀ ਸਾਰਿਆਂ ਨਾਲੋਂ ਹਮੇਸ਼ਾ ਹੀ ਵੱਖਰੀ ਰਹੀ ਹੈ, ਮਹਾਨ ਰਹੀ ਹੈ। ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਰੱਬ ਦੇ ਰਜਾ ਵਿੱਚ ਤੁਰਨ ਵਾਲੇ ਨੇ ਔਰ ਰੱਬ ਦੀ ਰਜਾ ਤੋਂ ਉਲਟ ਜੋ ਸੰਸਾਰੀ ਨੇ, ਉਹਨਾਂ ਦਾ ਜੋੜ ਤਾਲਮੇਲ ਕਦੇ ਵੀ ਨਹੀਂ ਬਹਿੰਦਾ। ਕਿਉਂ? ਬਗਲੇ ਦਾ ਔਰ ਹੰਸ ਦਾ ਜੋੜ ਬਹਿਣਾ ਹੀ ਨਹੀਂ।
ਬੇਸ਼ੱਕ ਬਗਲਾ ਵੀ ਪਾਣੀ ਵਿੱਚ ਹੈ ਤੇ ਹੰਸ ਵੀ। ਜੇ ਕੋਈ ਬਗਲਾ ਹੰਸਾਂ ਦੇ ਵਿੱਚ ਜਾ ਕੇ ਬਹਿ ਜਾਏ ਤਾਂ ਉਹਦਾ ਪਤਾ ਲੱਗ ਜਾਣਾ ਹੈ, ਕਿਉਂਕਿ ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ। ਖੁਰਾਕ ਹੈ ਨਾ, ਹੰਸਾਂ ਦਾ ਖਾਣਾ ਕੀਮਤੀ ਹੈ, ਬਗਲਾ ਵੀ ਉੱਥੇ ਹੀ ਹੈ, ਲੇਕਿਨ ਬਗਲੇ ਦਾ ਖਾਣਾ ਕੀਮਤੀ ਨੂੰ ਨੇ, ਡੱਡੀਆਂ ਮੱਛੀਆਂ ਫਟਣੀਆਂ ਨੇ। ਡੱਡੂ ਪਾਣੀ ਵਿੱਚ ਹੈ, ਭਮਰਾ ਪਾਣੀ ਤੋਂ ਬਾਹਰ ਹੈ, ਕਮਲ ਦਾ ਫੁੱਲ ਪਾਣੀ ਵਿੱਚ ਚਿੱਕੜ ਦੇ ਵਿੱਚ ਖਿੜਿਆ ਹੈ, ਤੇ ਡੱਡੂ ਉਸ ਕਮਲ ਦੇ ਫੁੱਲ ਦੇ ਕੋਲ ਹੁੰਦਾ ਹੋਇਆ ਕਮਲ ਦਾ ਰਸ ਨਹੀਂ ਮਾਣਦਾ, ਗੰਦਗੀ ਖਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਦਾਦਰ, ਦਾਦਰ ਦਾ ਮਤਲਬ ਡੱਡੂ, ਦਾਦਰ ਤੂੰ ਕਭੇ ਨਾ ਜਾਣਸ ਰੇ, ਤੂੰ ਕਮਲ ਦੀ ਸਾਰ ਨੂੰ ਕਦੇ ਵੀ ਨਹੀਂ ਜਾਣਿਆ। ਪਖਸ ਸਿਬਾਲ, ਸਿਬਾਲ ਦਾ ਮਤਲਬ ਗੰਦਗੀ, ਪਖਸ ਸਿਬਾਲ ਗੰਦਗੀ ਖਾਨਾ ਹੈ, ਤੂੰ ਕਦੇ ਵੀ ਉਸ ਕਮਲ ਦੇ ਫੁੱਲ ਦੀ ਸਾਰ ਨੂੰ ਨਹੀਂ ਜਾਣਿਆ। ਪਖਸ ਸਿਬਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖਸ ਰੇ, ਤੂੰ ਅੰਮ੍ਰਿਤ ਨੂੰ ਨਹੀਂ ਵੇਖਦਾ। ਡੱਡੂ ਦੀ ਆਦਤ ਹੈ ਨਾ, ਗੰਦਗੀ ਖਾਏਗਾ। ਭਮਰਾ ਕਮਲ ਦਾ ਆਨੰਦ ਮਾਣੇਗਾ। ਚਿੱਚੜ ਆਪਣਾ ਆਪ ਨੂੰ ਕਹੋ ਨਾ ਛੋੜਸ, ਪਿਸਨ ਪ੍ਰੀਤ ਜਿਉ ਰੇ, ਪਿਸਨ ਦਾ ਮਤਲਬ ਚਿੱਚੜ। ਗੁਰੂ ਜੀ ਕਹਿੰਦੇ ਨੇ ਰੱਬ ਦੇ ਨਾਲੋਂ ਟੁੱਟੇ ਹੋਏ ਬੰਦਿਆ, ਚਿੱਚੜ ਦੀ ਤਰ੍ਹਾਂ ਤੂੰ ਆਪਣਾ ਆਪਾ ਛੱਡਦਾ ਨਹੀਂ। ਚਿੱਚੜ ਜਿਹੜਾ ਨਾ ਮੱਝ ਦੇ ਥਾਣ ਦੇ ਉੱਤੇ ਲੱਗਾ ਹੋਇਆ ਹੈ, ਕੱਟੀ ਕੱਟਾ ਛੱਡੀਏ ਦੁੱਧ ਪੀਂਦਾ ਹੈ, ਪਰ ਉਹ ਦੁੱਧ ਦੇ ਸੋਮੇ ਦੇ ਉੱਤੇ ਹੁੰਦਾ ਹੋਇਆ ਦੁੱਧ ਨਹੀਂ ਪੀਂਦਾ, ਖੂਨ ਪੀ ਰਿਹਾ ਹੈ। ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਸਤ ਸੰਤੋਖ ਆਦਿਕ ਦੁੱਧ ਹੈ, ਪਰ ਬੰਦਿਆ ਤੂੰ ਤੇ ਚਿੱਚੜ ਬਣਿਆ ਹੋਇਆ, ਲੋਕਾਂ ਦਾ ਖੂਨ ਪੀ ਰਿਹਾ, ਗੰਦਗੀ ਖਾ ਰਿਹਾ ਹੈ। ਆਪਣਾ ਆਪ ਨੂੰ ਕਬੂ ਨਾ ਛੋੜਸ, ਸਵਾਨ ਪੂਛ ਜਿਉ ਰੇ, ਸਵਾਨ ਪੂਛ ਕੁੱਤੇ ਦੀ ਪੂਛ, ਕਿ ਕੁੱਤੇ ਦੀ ਪੂਛ ਦੀ ਤਰ੍ਹਾਂ ਤੂੰ ਆਪਣਾ ਆਪਾ ਛੱਡਦਾ ਨਹੀਂ। ਕਹਿੰਦੇ ਨਾ ਕੁੱਤੇ ਦੀ ਪੂਛ 12 ਸਾਲ ਪਾਈਪ ਵਿੱਚ ਰੱਖੀ, ਕੱਢਦਿਆਂ ਸਾਰ ਫਿਰ ਟੇਢੀ। ਇੱਕ ਮਿਸਾਲ ਹੈ ਨਾ ਕਿ ਤੂੰ ਟੇਢਾ ਚੱਲਦਾ ਹੈ, ਚਲਤ ਕਤ ਟੇਢੇ ਟੇਢੇ ਟੇਢੇ, ਅਸਤ ਚਰਮ ਵਿਸ਼ਟਾ ਕੇ ਮੁੰਦੇ, ਦੁਰਗੰਧ ਹੀ ਕੇ ਬੇਢੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਜ਼ਿੰਦਗੀ ਐਸੀ ਨਹੀਂ ਹੁੰਦੀ, ਉਹਨਾਂ ਦੀ ਜ਼ਿੰਦਗੀ ਸਾਫ਼ ਸੁਥਰੀ ਹੁੰਦੀ ਹੈ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਦੇ ਨੇ। ਇਹ ਹੈ ਅੰਮ੍ਰਿਤ, ਤੇ ਇਹ ਅੰਮ੍ਰਿਤ ਗੁਰੂ ਤੋਂ ਪਾਇਆ ਜਾਂਦਾ ਹੈ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਉਸ ਆਤਮਿਕ ਜੀਵਨ ਦੇਣ ਵਾਲੇ ਅੰਮ੍ਰਿਤ ਨੂੰ ਲੱਭਦੇ ਤਾਂ ਰਹੇ, ਪਰ ਲੱਭਿਆ ਨਹੀਂ। ਇਹ ਆਤਮਿਕ ਜੀਵਨ ਦੇਣ ਵਾਲਾ ਜੋ ਨਾਮ ਅੰਮ੍ਰਿਤ ਹੈ, ਜੋ ਜੀਵਨ ਦੀ ਜੁਗਤ ਹੈ, ਜੋ ਆਤਮਿਕ ਜੀਵਨ ਹੈ, ਇਹ ਗੁਰੂ ਤੋਂ ਪਾਇਆ। ਤਾਂ ਦੇਖੋ ਕਿੰਨਾ ਮਹਾਨ ਜੀਵਨ ਜਿਹੜਾ ਇਸ ਅੰਮ੍ਰਿਤ ਨੂੰ ਪਾ ਲਵੇਗਾ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੇਗਾ, ਉਹਦੇ ਜੀਵਨ ਦੇ ਅੰਦਰ ਆਨੰਦ ਪੈਦਾ ਹੋ ਜਾਏਗਾ, ਉਹਦੇ ਜੀਵਨ ਵਿੱਚ ਖੁਸ਼ੀਆਂ ਪੈਦਾ ਹੋ ਜਾਣਗੀਆਂ, ਉਹ ਬੰਦਾ ਰੱਬ ਵਰਗਾ ਹੋ ਜਾਏਗਾ।